ਚੈਨਲ ਸੁਪਨ ਉਡਾਰੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਖੁਸ਼ਪ੍ਰੀਤ ਕੌਰ ਸ਼ੇਰਗਿੱਲ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਕਿ ਇਸ ਚੈਨਲ ਦੇ ਜ਼ਰੀਏ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਤੁਹਾਡੇ ਰੂਬਰੂ ਕਰੀਏ ਔਰ ਇਸੇ ਹੀ ਕੜੀ ਦੇ ਤਹਿਤ ਅਸੀਂ ਅੱਜ ਇੱਕ ਨਾਮਵਰ ਸ਼ਖਸੀਅਤ ਕੋਲ ਪਹੁੰਚੇ ਹਾਂ ਜਿਨ੍ਹਾਂ ਦਾ ਨਾਮ ਜਿਹੜਾ ਹੈ ਉਹ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਇਹਨਾਂ ਦੀ ਆਵਾਜ਼ ਨੂੰ ਅਸੀਂ ਅਕਸਰ ਹੀ ਆਲ ਇੰਡੀਆ ਰੇਡੀਓ ਯਾਨੀ ਆਕਾਸ਼ਵਾਣੀ FM ਬਠਿੰਡਾ ਦੇ ਜ਼ਰੀਏ ਸੁਣਦੇ ਰਹਿੰਦੇ ਹਾਂ। ਸੋ ਉਹਨਾਂ ਦਾ ਨਾਮ ਹੈ ਜੀ ਲਾਭ ਸਿੰਘ ਸੰਧੂ। ਸਰ ਬਹੁਤ-ਬਹੁਤ ਸਵਾਗਤ ਹੈ ਜੀ ਆਪ ਜੀ ਦਾ ਸਾਡੇ ਚੈਨਲ ਸੁਪਨ ਉਡਾਰੀ 'ਤੇ। ਸੁਪਨ ਉਡਾਰੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ, ਮੇਰਿਆਂ ਨੂੰ, ਸਾਰੇ ਪਾਠਕਾਂ ਨੂੰ, ਉਹਨਾਂ ਨੂੰ ਵੀ ਜੀ ਆਇਆਂ ਅਤੇ ਸੁਪਨ ਉਡਾਰੀ ਦੀ ਟੀਮ ਨੂੰ ਵੀ ਜੀ ਆਇਆਂ, ਕਿਉਂਕਿ ਇਹਨਾਂ ਨੇ ਆਣ ਕੇ ਇੰਨੀ ਗਰਮੀ ਦੇ ਵਿੱਚ ਮੇਰੇ ਤੱਕ ਪਹੁੰਚ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਤੁਸੀਂ ਸਾਰੇ ਜਿੰਨੇ ਵੀ ਸੁਪਨ ਉਡਾਰੀ ਨਾਲ ਜੁੜੇ ਹੋਏ ਹੋ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਸਰ ਸਾਡੇ ਇਸ ਇੰਟਰਵਿਊ ਕਰਨ ਦਾ ਮਕਸਦ ਇਹ ਹੁੰਦਾ ਹੈ ਕਿ ਅਸੀਂ ਨੌਜਵਾਨ ਵਰਗ ਨੂੰ ਜਿਨ੍ਹਾਂ ਦਾ ਕਿਤਾਬਾਂ ਦੇ ਨਾਲ ਕਹਿ ਲਈਏ ਜਾਂ ਅੱਜ ਦੇ ਸਾਹਿਤ ਦੇ ਨਾਲ ਕਹਿ ਲਈਏ ਵੀ ਜੋ ਉਹਦੇ ਨਾਲ ਜੁੜਨ ਦਾ ਰੁਝਾਨ ਘੱਟ ਹੈਗਾ, ਕਿਉਂਕਿ ਉਹਦੇ ਕੋਲ ਐਂਟਰਟੇਨਮੈਂਟ ਦੇ ਹੋਰ ਬਹੁਤ ਸਾਰੇ ਸਾਧਨ ਆ ਗਏ ਨੇ। ਸੋ ਅਸੀਂ ਸਾਡੇ ਜੋ ਸਰੋਤੇ ਨੇ, ਜੋ ਦਰਸ਼ਕ ਨੇ, ਤੁਹਾਨੂੰ ਦੇਖ ਰਹੇ ਨੇ, ਅਸੀਂ ਚਾਹਾਂਗੇ ਕਿ ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਬਾਰੇ, ਆਪਣੇ ਬਚਪਨ ਬਾਰੇ ਵਿਸਥਾਰ ਦੇ ਨਾਲ ਦੱਸੋ ਵੀ ਕਿਵੇਂ ਤੁਸੀਂ ਇਸ ਖੇਤਰ ਦੇ ਵਿੱਚ ਆਏ, ਕਿਵੇਂ ਤੁਹਾਡਾ ਸਾਹਿਤ ਦੇ ਨਾਲ ਵਾਹ ਪਿਆ ਜੀ। ਮੇਰੇ ਬੱਚੋ, ਮੇਰਾ ਪਿੰਡ ਕੋਟਕਪੂਰੇ ਦੇ ਨੇੜੇ ਦੁਆਰੇਆਣਾ ਅਤੇ ਦੁਆਰੇਆਣੇ ਨੂੰ ਇਸ ਮਾਣ ਜਾਂਦਾ ਹੈ ਕਿ ਸਭ ਤੋਂ ਪਹਿਲੀ ਸਾਹਿਤ ਸਭਾ 1951 ਦੇ ਵਿੱਚ, ਜਦੋਂ ਅਜੇ ਕੇਂਦਰੀ ਲਿਖਾਰੀ ਸਭਾ ਹੋਣ 'ਚ ਨਹੀਂ ਆਈ ਸੀ, ਉਦੋਂ ਦੁਆਰੇਆਣੇ ਦੇ ਵਿੱਚ ਬਣੀ ਸੀ। ਉਹਦੇ ਸੰਚਾਲਕ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਨਿਰਭੈ ਸਿੰਘ ਸੀ, ਸਰਦਾਰ ਜੋਰਾ ਸਿੰਘ ਸੰਧੂ, ਸਰਦਾਰ ਜਰਨੈਲ ਸਿੰਘ, ਸਰਦਾਰ ਰਾਮ ਸਿੰਘ, ਸੰਤ ਸਿੰਘ ਗਰੇਵਾਲ, ਇਹਨਾਂ ਲੋਕਾਂ ਨੇ ਰਲ ਕੇ ਉੱਥੇ ਸਾਹਿਤ ਸਭਾ ਬਣਾਈ। ਇਹ ਉਸ ਵੇਲੇ ਜਾਂ ਤਾਂ ਕਿੱਸੇ ਬਹੁਤ ਪੜ੍ਹੇ ਜਾਂਦੇ ਸੀ, ਜਾਂ ਗੁਰਬਾਣੀ ਨਾਲ ਸੰਬੰਧਿਤ ਗੁਰਸ਼ਬਦ ਪੜ੍ਹੇ ਜਾਂਦੇ ਸੀ, ਅਤੇ ਜਾਂ ਪੁਰਾਣਾ ਸਾਹਿਤ ਹੈ ਜਿਹੜਾ ਪੁਰਾਣਾ ਮੱਖਣ ਸਾਡਾ, ਉਹਦੇ ਉੱਤੇ ਵਿਚਾਰ ਚਰਚਾ ਕਰਦੇ ਸੀ। ਪਰ ਉਸ ਵੇਲੇ ਕੁਛ ਨੌਜਵਾਨਾਂ ਨੇ ਮਾਰਕਸਵਾਦ ਵੱਲ ਵੀ ਰੁਝਾਨ ਵਿਖਾਇਆ ਅਤੇ ਉਹਨਾਂ ਨੇ ਮਾਰਕਸਵਾਦੀ ਫਲਸਫੇ ਨੂੰ ਪੜ੍ਹਨਾ ਸ਼ੁਰੂ ਕੀਤਾ। ਇਸ ਕਰਕੇ ਬਚਪਨ ਤੋਂ ਹੀ ਕਹਿੰਦੇ ਨਾ, ਜਦੋਂ ਦੀ ਜੰਮੀ ਅਤੇ ਬੋਦਿਓਂ ਲੰਮੀ, ਸਾਹਿਤ ਨਾਲ ਵਾਹ ਪੈ ਗਿਆ, ਕਿਉਂਕਿ ਪਿੰਡ ਨਾਲ ਇਹ ਸੰਬੰਧ ਸੀ। ਇਹ ਸਾਹਿਤ ਸਭਾ 1957 ਦੇ ਵਿੱਚ ਕੋਟਕਪੂਰਾ ਸਾਹਿਤ ਸਭਾ ਦੇ ਨਾਂ ਨਾਲ ਮਸ਼ਹੂਰ ਹੋਈ ਅਤੇ ਫਿਰ ਇੱਥੇ ਅਨੇਕਾਂ ਹੀ ਵੱਡੀਆਂ ਵੱਡੀਆਂ ਹਸਤੀਆਂ ਜਿਹੜੀਆਂ ਆਉਂਦੀਆਂ ਰਹੀਆਂ। ਬਚਪਨ ਦੇ ਵਿੱਚ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਦਾ ਅਤੇ ਉੱਥੇ ਕਿਤਾਬਾਂ ਤੋਂ ਬਿਨਾਂ ਹੋਰ ਕੋਈ ਗੱਲ ਹੁੰਦੀ ਨਹੀਂ ਸੀ। ਚੋਰੀ ਕਿਤਾਬਾਂ ਪੜ੍ਹਨੀਆਂ, ਭਾਈ ਸਾਹਿਬ ਦੀਆਂ ਚੱਕ ਕੇ ਪੜ੍ਹ ਲੈਣੀਆਂ, ਕਈ ਵਾਰੀ ਛਿੱਤਰ-ਪਰੇਟ ਵੀ ਹੋ ਜਾਣੀ, ਕਿਉਂਕਿ ਉਹਨਾਂ ਕਿਤਾਬਾਂ ਦੇ ਵਿੱਚ ਕਈ ਗੂੜ੍ਹੇ ਫਲਸਫੇ ਦੀਆਂ ਕਿਤਾਬਾਂ ਹੁੰਦੀਆਂ ਸੀ, ਜਿਹੜੀਆਂ ਮੇਰੇ ਵਰਗੇ ਜਵਾਕਾਂ ਦੇ ਤਾਂ ਵੱਸ ਦਾ ਰੋਗ ਹੀ ਨਹੀਂ ਸੀ। ਪਰ ਫਿਰ ਵੀ ਜਿਹੜੀਆਂ ਪਹਿਲੀਆਂ ਕਿਤਾਬਾਂ ਪੜ੍ਹੀਆਂ, ਤੁਸੀਂ ਹੈਰਾਨ ਹੋਵੋਗੇ ਕਿ ਉਹ ਜਾਂ ਤਾਂ ਗੁਰਬਾਣੀ ਨਾਲ ਸੰਬੰਧਿਤ ਸੀ ਅਤੇ ਜਾਂ ਮਾਰਕਸ ਲੈਨਨ ਦੀ ਜੀਵਨੀ ਮੈਂ ਤੀਜੀ ਚੌਥੀ 'ਚ ਪੜ੍ਹ ਲਈ ਸੀ, ਅਤੇ ਉਹ ਵਜਾਈ ਫਿਰ ਸੁਭਾਅ ਬਣ ਗਿਆ। ਹੌਲੀ ਹੌਲੀ ਵੱਡੇ ਭਾਈ ਸਾਹਿਬ ਕਵੀ ਸੀ, ਲਿਖਦੇ ਸੀ, ਆਲੋਚਕ ਸੀ, ਅਤੇ ਉਹਨਾਂ ਨੇ ਇੱਕ ਅੱਧੀ ਲਾਈਨ ਦੇ ਦੇਣੀ ਵੀ ਇਹਦੇ 'ਤੇ ਕਵਿਤਾ ਲਿਖ। ਉਹ ਜਿਹੀਆਂ ਚੀਜ਼ਾਂ ਲਿਖਦਿਆਂ ਲਿਖਦਿਆਂ ਲਿਖਣ ਦਾ ਭੁੱਸ ਪੈ ਗਿਆ। ਪਰ ਜਿਹੜੀ ਮੇਰਾ ਅਸਲ ਰੁਝਾਨ ਸੀ ਉਹ ਬਣਿਆ ਜਦੋਂ ਮੈਂ 1980 ਦੇ ਵਿੱਚ MA ਕਰਨੀ ਸ਼ੁਰੂ ਕੀਤੀ। 82 ਦੇ ਵਿੱਚ MA ਕਰ ਲਈ ਅਤੇ MA ਤੋਂ ਬਾਅਦ MPhil ਕਰਦਿਆਂ ਮੈਨੂੰ ਇਹ ਪਤਾ ਲੱਗਾ ਕਿ MPhil ਹੈ ਜਿਹੜੀ, ਇਹ 'ਚ ਖੋਜ ਕੀਤੀ ਜਾਂਦੀ ਹੈ। ਉਹ ਖੋਜ ਕਰਦਿਆਂ ਕਰਦਿਆਂ ਹੀ ਫਿਰ ਖੇਡਾਂ ਵਾਲੇ ਪਾਸੇ ਵੀ ਖੋਜ ਕਰਨ ਲੱਗ ਗਿਆ। ਆਮ ਖਿਡਾਰੀਆਂ ਬਾਰੇ ਤਾਂ ਹਰੇਕ ਹੀ ਲਿਖ ਦਿੰਦਾ ਸੀ, ਪਰ ਮੈਂ ਜਾਂ ਮੇਰੇ ਸਾਥੀ, ਮੇਰੇ ਨਾਲ ਇੱਕ ਦਾ ਫੋਟੋਗ੍ਰਾਫਰ ਹੁੰਦਾ, ਸਤਪਾਲ ਮਾਨ ਹੁੰਦਾ, ਗੁਰਚਰਨ ਸਿੰਘ ਹੁੰਦਾ, ਕਦੇ ਆਪਣਾ ਢਿੱਲੋਂ ਹੁੰਦਾ, ਸ਼ਮਸ਼ੇਰ ਢਿੱਲੋਂ ਹੁੰਦਾ, ਕਦੇ ਆਤਮਾ ਸਿੰਘ ਹੁੰਦੇ, ਅਤੇ ਅਸੀਂ ਜਾ ਜਾ ਕੇ ਉਹਨਾਂ ਥਾਵਾਂ ਤੇ ਪਹੁੰਚਦੇ ਜਿੱਥੇ ਆਮ ਤੌਰ 'ਤੇ ਕੋਈ ਲਿਖਾਰੀ ਤਾਂ ਕੀ, ਕੋਈ ਪੱਤਰਕਾਰ ਤਾਂ ਕੀ, ਕੋਈ ਆਮ ਬੰਦਾ ਵੀ ਨਹੀਂ ਜਾਂਦਾ ਸੀ। ਅਤੇ ਉੱਥੋਂ ਖੋਜ ਕਰਨ ਦੀ ਆਦਤ ਪੈ ਗਈ। ਖੋਜਦਿਆਂ ਖੋਜਦਿਆਂ ਅਤੇ ਫਿਰ ਕੁਦਰਤੀ ਹੈ ਵੀ ਖੋਜੀ ਉਪਜੈ ਬਾਦੀ ਵਿੰਸੈ, ਅਤੇ ਇਹ ਰਾਹ ਫੜ ਲਿਆ। ਲਿਖਦਿਆਂ ਲਿਖਦਿਆਂ ਮਾੜਾ ਮੋਟਾ ਲਿਖਣਾ ਆ ਗਿਆ। ਮੈਂ ਕੋਈ ਵੱਡਾ ਕਵੀ ਨਹੀਂ, ਵੱਡਾ ਗਜ਼ਲਗੋ ਨਹੀਂ, ਵੱਡਾ ਕੋਈ ਲੇਖਕ ਨਹੀਂ, ਪਰ ਲੋਕਾਂ ਨਾਲ ਮੈਂ ਜੁੜਿਆ ਹੋਇਆ। ਲੋਕਾਂ ਨੂੰ ਮੇਰੀ ਗੱਲ ਸਮਝ ਆ ਜਾਂਦੀ ਹੈ ਅਤੇ ਮੇਰੇ ਵਾਸਤੇ ਇਹੀ ਪ੍ਰਾਪਤੀ ਹੈ। ਨਾ ਮੈਂ ਕਦੇ ਵਿਦਵਾਨਾਂ ਵਾਸਤੇ ਲਿਖਿਆ, ਨਾ ਵਿਦਵਾਨਾਂ ਨੇ ਮੇਰਾ ਕਦੇ ਨੋਟਸ ਲਿਆ, ਨਾ ਮੈਂ ਪਰਵਾਹ ਕੀਤੀ ਹੈ ਕਿ ਮੇਰਾ ਕੋਈ ਨੋਟਸ ਲਵੇ, ਕਿਉਂਕਿ ਮੈਨੂੰ ਦੋ ਗੱਲਾਂ ਦਾ ਸ਼ੌਕ ਸੀ, ਸਟੇਜ 'ਤੇ ਬੋਲਣ ਦਾ। ਸਟੇਜ 'ਤੇ ਬੋਲਦਿਆਂ ਬੋਲਦਿਆਂ ਮੈਂ ਰੇਡੀਓ 'ਤੇ ਆ ਗਿਆ। ਰੇਡੀਓ 'ਤੇ ਆ ਕੇ ਮੈਂ ਇੰਨਾ ਸਿੱਖਿਆ ਕਿ ਮੈਨੂੰ ਇੰਨਾ ਸਿਖਾਇਆ ਗਿਆ, ਦੱਸਿਆ ਗਿਆ ਕਿ ਜਿਹੜੀਆਂ ਗੱਲਾਂ ਅੱਜ ਕੱਲ੍ਹ ਸ਼ਾਇਦ ਉਵੇਂ ਨਾ ਸਿੱਖੀਆਂ ਜਾਂਦੀਆਂ ਹੋਣ।
ਜੇ ਮੈਂ ਰੇਡੀਓ 'ਤੇ ਕਾਮਯਾਬ ਰਿਹਾ ਤਾਂ ਉਹਦਾ ਕਾਰਨ ਸੀ ਕਿ ਮੈਂ ਸਾਰੀ ਉਮਰ ਸਿੱਖਦਾ ਹੀ ਰਿਹਾ। ਇਸੇ ਤਰ੍ਹਾਂ ਲੇਖਣੀ ਹੈ। ਲੇਖਣੀ ਦੇ ਵਿੱਚ ਜਦੋਂ ਮੈਂ ਸ਼ੁਰੂ ਕੀਤੀ ਕਵਿਤਾ ਅਤੇ ਗਜ਼ਲ, ਅਤੇ ਮੇਰੇ ਵੱਡੇ ਭਾਈ ਸਾਹਿਬ ਇਸ ਖੇਤਰ ਦੇ ਬੰਦੇ ਸੀ, ਅਤੇ ਮੇਰੇ ਸਾਹਿਤ ਸਭਾ ਦੇ ਸਾਥੀਆਂ ਨੇ ਬਾਕੀਆਂ ਨੇ ਕਹਿਣ ਕਿ ਬਾਈ ਜੀ ਦੀ ਚੋਰੀ ਕਰਕੇ ਲੈ ਅਤੇ ਉਹ ਸੁਣਾਤੀ ਇਹਨੇ। ਪਰ ਉਸ ਗੱਲ ਨੇ ਮੇਰੇ ਅੰਦਰ ਇੱਕ ਅਣਖ ਜਗਾਤੀ ਕਿ ਮੈਂ ਇਹੋ ਜਿਹਾ ਕੁਝ ਲਿਖੂੰ ਜਿਹੜਾ ਬਾਈ ਜੀ ਛਿੱਤਰ ਦਾ ਭਾਵੇਂ ਮਾਰ ਲੈਣ, ਲਿਖਦੇ ਨਹੀਂ ਉਹ ਜਿਹਾ। ਅਤੇ ਫਿਰ ਮੈਂ ਕੁਦਰਤੀ ਹੈ ਵੀ ਖਿਡਾਰੀਆਂ ਨਾਲ ਤਾਂ ਸਾਰੀ ਮੁਲਾਕਾਤ ਕਰ ਲੈਂਦੇ ਆ, ਮੈਂ ਖਿਡਾਰੀਆਂ ਦੀਆਂ ਪਤਨੀਆਂ ਨਾਲ ਮੁਲਾਕਾਤ ਕੀਤੀ, ਅਤੇ ਪਤਨੀਆਂ ਨੇ ਫਿਰ ਜਿਹੜਾ ਕੁਛ ਕਿਹਾ ਸਵਾਦ ਲਿਆ ਤਾ। ਨਾ ਤਾਂ ਸਰਕਾਰਾਂ ਦੀ ਢਕੀ ਰਿੱਝਣ ਦਿੱਤੀ, ਇੱਕ ਭਿਉਂ ਛਿੱਤਰ ਨਹੀਂ ਮਾਰੇ, ਕੋਈ ਕਸਰ ਨਹੀਂ ਛੱਡੀ, ਅਤੇ ਨਾ ਆਪਦੇ ਜਾਂ ਉਹਨਾਂ ਦੀ ਵੀ ਕਸਰ ਕੋਈ ਨਹੀਂ ਛੱਡੀ ਗਈ। ਉਹਨਾਂ ਨੇ ਉਹ ਗੱਲਾਂ ਵੀ ਕਹਿਤੀਆਂ ਜਿਹੜੀਆਂ ਆਮ ਤੌਰ 'ਤੇ ਇੱਕ ਪਤਨੀ ਨੂੰ ਕਦੇ ਮੌਕਾ ਹੀ ਨਹੀਂ ਮਿਲਦਾ ਕਹਿਣ ਦਾ। ਕਿਉਂ? ਮੈਂ ਹੀ ਇਕੱਲਾ ਹੁੰਦਾ ਸੀ, ਅਤੇ ਉਸ ਵੇਲੇ ਜਿਹੜੀਆਂ ਵੱਡੀਆਂ ਮਾਈਆਂ ਸੀ ਉਹ ਮੈਨੂੰ ਆਪਦਾ ਪੁੱਤ ਸਮਝ ਲੈਂਦੀਆਂ, ਜਿਹੜੀਆਂ ਛੋਟੀਆਂ ਸੀ ਭਰਾ ਸਮਝ ਲੈਂਦੀਆਂ। ਅਤੇ ਇਸ ਕਰਕੇ ਥਾਂ ਥਾਂ 'ਤੇ ਜਾਣ ਦਾ ਮੌਕਾ ਵੀ ਮਿਲਿਆ, ਘੁੰਮਣ ਫਿਰਨ ਦਾ ਮੌਕਾ ਵੀ ਮਿਲਿਆ, ਸਾਰਾ ਹਿੰਦੁਸਤਾਨ ਵੀ ਗਾਹਤਾ। ਅਤੇ ਲਿਖਦਿਆਂ ਉਮਰ ਟੱਪ ਗਈ, 50-60 ਸਾਲ ਤਾਂ ਛਪਦਿਆਂ ਹੀ ਹੋ ਗਏ ਆ, ਅਤੇ ਲਿਖਣ ਤਾਂ ਉਦੋਂ ਵੀ ਸ਼ਾਇਦ ਪਹਿਲਾਂ ਲੱਗ ਗਿਆ ਹਾਂ। ਸਰ, ਜਦੋਂ ਅਸੀਂ ਅੰਦਰ ਐਂਟਰ ਕਰ ਰਹੇ ਸੀ ਤਾਂ ਬਾਹਰ ਨਾਮ ਲਿਖਿਆ ਹੋਇਆ ਜਿਹੜਾ ਮੈਨੂੰ ਲੱਭਿਆ ਉਹ ਸੀ ਲੱਖੀ ਜੰਗਲ ਸੱਥ ਪੰਜਾਬ। ਸੋ ਇਸ ਜਿਹੜਾ ਨਾਮ ਹੈ ਇਹਦੇ ਪਿੱਛੇ ਵੀ ਜ਼ਰੂਰ ਮੈਨੂੰ ਪਤਾ ਵੀ ਕੋਈ ਨਾ ਕੋਈ ਗੂੜਾ ਅਰਥ ਹੋਊਗਾ। ਸੋ ਇਹਦੇ ਬਾਰੇ ਵੀ ਤੁਸੀਂ ਸਾਨੂੰ ਵਿਸਥਾਰ 'ਚ ਦੱਸੋ ਵੀ ਇਹੀ ਨਾਮ ਕਿਉਂ ਜਿਹੜਾ ਤੁਸੀਂ ਰੱਖਿਆ ਹੈਗਾ। ਖੁਸ਼ਪ੍ਰੀਤ, ਅਸਲ ਵਿੱਚ ਜਿਹੜਾ ਲੱਖੀ ਜੰਗਲ ਸ਼ਬਦ ਹੈ ਨਾ, ਇਹ ਬੜਾ ਪੁਰਾਣਾ ਸ਼ਬਦ ਹੈ। ਸਾਡਾ ਸਾਰਾ ਇਲਾਕਾ ਇਹ, ਮੈਨੂੰ ਮਾਫ਼ ਕਰਨਾ, ਇਹ ਪਤਾ ਨਹੀਂ ਵੀ ਤੁਸੀਂ ਇਸ ਇਲਾਕੇ ਦੇ ਆ ਜਾਂ ਪਾਸੇ ਤੋਂ ਆ, ਇਹ ਇਲਾਕਾ ਜਿਹੜਾ ਜੰਗਲ ਦਾ ਇਲਾਕਾ ਸੀ, ਅਤੇ ਜੰਗਲ ਦਾ ਇਲਾਕਾ ਪੁਰਾਣੇ ਸਮੇਂ ਤੋਂ ਇਹਦਾ ਨਾਂ ਲੱਖੀ ਜੰਗਲ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਇੱਥੇ, ਅਤੇ ਉਹਨਾਂ ਨੇ ਆਉਣ ਸਾਰ ਇਹ ਕਿਹਾ ਵੀ ਲੱਖੀ ਜੰਗਲ ਆਣ ਵਿਸਰਾਮ ਕੀਤੋ ਨੇ। ਇਹਦਾ ਮਤਲਬ ਲੱਖੀ ਜੰਗਲ ਪਹਿਲਾਂ ਨਾਂ ਸੀ ਇਹਦਾ। ਬਹੁਤ ਸਾਰੇ ਲੋਕ ਇਹ ਕਹਿੰਦੇ ਹੈ ਕਿ ਜਦੋਂ ਗੁਰੂ ਸਾਹਿਬ ਆਏ ਹੈ ਉਦੋਂ ਇਹਦਾ ਨਾਂ ਲੱਖੀ ਜੰਗਲ ਪਿਆ। ਨਹੀਂ, ਮੇਰੀ ਕਿਤਾਬ ਦੇ ਵਿੱਚ ਵੀ ਇਹ ਵੇਰਵਾ ਲਿਖਿਆ ਵਾ। ਬਾਕੀ ਵੱਡੇ ਵੱਡੇ ਵਿਦਵਾਨਾਂ ਨੇ ਵੀ ਖੋਜ ਕੀਤੀ ਹੈ ਕਿ ਲੱਖੀ ਜੰਗਲ ਅਸਲ ਵਿੱਚ ਸਾਰੇ ਜੰਗਲ ਦਾ ਨਾਂ ਸੀ ਜਿਹੜਾ ਸਰਸੇ ਹਿਸਾਰ ਤੋਂ ਲੈ ਕੇ ਫਿਰੋਜ਼ਪੁਰ ਤੱਕ ਅਤੇ ਅਬੋਹਰ ਮਲੋਟ ਤੋਂ ਲੈ ਕੇ ਇੱਧਰ ਸੰਗਰੂਰ ਤੱਕ ਫੈਲਿਆ ਹੋਇਆ ਸੀ। ਬੜਾ ਸੰਘਣਾ ਜੰਗਲ ਸੀ। ਇੱਥੇ ਰਿਸ਼ੀਆਂ ਮੁਨੀਆਂ ਦੇ ਵੱਡੇ ਵੱਡੇ ਆਸ਼ਰਮ ਸੀ। ਲੋਕ ਸੀ ਜਿਹੜੇ ਵੈਸੇ ਬਹੁਤ ਘੱਟ ਰਹਿੰਦੇ ਸੀ, ਪਰ ਜੰਗਲ ਸੀ ਇਹ, ਟਿੱਬੇ ਨਹੀਂ ਸੀ। ਇੱਕ ਫਰਕ ਤੁਹਾਨੂੰ ਮੈਂ ਦੱਸ ਦਿਆਂ ਕਿ ਜੰਗਲ ਅਤੇ ਟਿੱਬਿਆਂ 'ਚ ਇੱਕ ਫਰਕ ਹੁੰਦਾ ਹੈ। ਪਰ ਜਦੋਂ ਮੈਂ ਇੱਥੇ ਆਇਆ ਜਾਂ ਮੇਰੀ ਸੁਰਤ ਸੰਭਲੀ ਤਾਂ ਉਸ ਵੇਲੇ ਚਾਰੇ ਪਾਸੇ ਟਿੱਬੇ ਸੀ, ਅਤੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਉੱਠਦਾ ਸੀ ਕਿ ਜੇ ਜੰਗਲ ਹੈ, ਸਾਨੂੰ ਜੇ ਅਸੀਂ ਮਾਝੇ ਜਾਈਏ, ਦੁਆਬੇ ਜਾਈਏ, ਪਹੁੰਚ ਜਾਈਏ ਤਾਂ ਸਾਨੂੰ ਜੰਗਲ ਵਾਲੇ ਕਹਿੰਦੇ ਆ। ਜੇ ਜੰਗਲ ਹੈ ਤਾਂ ਫਿਰ ਇਹ ਟਿੱਬੇ ਕਿਉਂ ਹੈ? ਟਿੱਬੇ ਤਾਂ ਜੰਗਲ ਨਹੀਂ ਹੋ ਸਕਦੇ। ਅਤੇ ਮੈਂ ਇਹਦੇ ਵਾਸਤੇ ਇੱਕ ਨਾਮ ਰੱਖਿਆ ਕਿ ਮੈਂ ਭਾਈ ਉਸ ਹਿਸਟੋਰੀਅਨ ਨੂੰ 500 ਰੁਪਈਆ ਇਨਾਮ ਦਊਂ ਜਿਹੜਾ ਇਹ ਮੈਨੂੰ ਕਲੀਅਰ ਕਰੇ ਕਿ ਇਹ ਟਿੱਬੇ ਕਿਉਂ ਹੈ, ਜੰਗਲ ਟਿੱਬੇ ਕਿਵੇਂ ਬਣਿਆ। ਤਾਂ ਮੈਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ। ਮੈਨੂੰ ਮਖੌਲ ਉਡਾਉਂਦੇ ਰਹੇ, ਇਹ ਹੈ ਪਾਗਲ ਆਦਮੀ, ਵਾਹ ਜੰਗਲ ਤਾਂ ਹੈਗਾ, ਆ ਵੇਖੂਗਾ ਇੱਥੇ ਝਾੜੀਆਂ, ਇੱਥੇ ਉਹ। ਅਸਲ ਗੱਲ ਇਹ ਨਹੀਂ ਸੀ। ਅਸਲ ਗੱਲ ਇਹ ਸੀ, ਮੈਨੂੰ ਬਹੁਤ ਲੰਮੇ ਸਮੇਂ ਬਾਅਦ ਪੜ੍ਹਦਿਆਂ ਪਤਾ ਲੱਗੀ ਕਿ ਇਹ ਇਲਾਕਾ ਜਿਹੜਾ ਇਹ ਸਰਸਬਜ਼ ਹੁੰਦਾ ਸੀ। ਇੱਥੇ ਸਤੁਦਰਵ ਦਰਿਆ ਸੀ ਜਿਹੜਾ, ਜਿਹਨੂੰ ਸਤਲੁਜ ਕਿਹਾ ਜਾਂਦਾ ਅੱਜ ਕੱਲ੍ਹ, ਉਹ ਇੱਥੋਂ ਦੀ ਵਗਦਾ ਸੀ। ਉਹਦੀਆਂ 100 ਧਾਰਾਵਾਂ ਸੀ। ਸਤੁਦਰਵ ਸੰਸਕ੍ਰਿਤ ਦਾ ਸ਼ਬਦ ਹੈ, ਸਤ ਮੈਨੇ 100, ਦਰਵ ਮੈਨੇ ਪਾਣੀ, 100 ਧਾਰਾਵਾਂ ਸੀ। ਉਸ ਵੇਲੇ ਨੂੰ ਹਾਕੜਾ ਕਿਹਾ ਜਾਂਦਾ ਸੀ। ਇਹ ਰਾਜਸਥਾਨ ਨੂੰ ਕਵਰ ਕਰਦਾ ਸੀ। ਕੱਛ ਦੀ ਖਾੜੀ ਦੇ ਵਿੱਚ ਸਮੁੰਦਰ 'ਚ ਜਾ ਕੇ ਡਿੱਗਦਾ ਸੀ। ਪਰ 1736 ਈਸਵੀ ਦੇ ਵਿੱਚ ਇੱਕ ਰਾਜਾ ਜਲੰਧਰ ਦੇ ਵਿੱਚ, ਕਸ਼ਮੀਰੀ ਰਾਜਾ ਲਲਿਤ ਅਦਿੱਤਿਆ ਨਾਂ ਦਾ ਆਇਆ, ਅਤੇ ਉਹਦੇ ਕੋਲ ਰਿਸ਼ੀ ਮੁਨੀ ਗਏ ਵੀ ਸਾਡੇ ਤਾਂ ਹੜ੍ਹ ਆ ਜਾਂਦਾ ਜੀ, ਬੁਰਾ ਹਾਲ ਹੈ, ਸਾਡਾ ਕੁਛ ਕਰੋ। ਅਤੇ ਉਹਨੇ ਉਸ ਵੇਲੇ ਇਸ ਦਰਿਆ ਨੂੰ, ਜਦੋਂ ਉਤਰਿਆ ਹੋਇਆ ਦਰਿਆ ਸੀ, ਬਹੁਤ ਥੋੜ੍ਹਾ ਪਾਣੀ ਹੁੰਦਾ ਸੀ ਉਦੋਂ, ਤਾਂ ਇਹਨੂੰ ਬਿਆਸਾ ਦੇ ਵਿੱਚ ਪੱਟ ਕੇ ਸਟਾਤਾ। 764 ਈਸਵੀ ਦੇ ਵਿੱਚ ਇਹ ਘਟਨਾ ਵਾਪਰੀ। ਪਰ ਉਸ ਵੇਲੇ ਕਿਸੇ ਨੇ ਨਹੀਂ ਸੋਚਿਆ, ਰਾਜੇ ਵੀ ਦੂਰਅੰਦੇਸ਼ੀ ਤਾਂ ਹੁੰਦੇ ਨਹੀਂ ਸੀ, ਵੀ ਜਿਹੜੇ ਇਲਾਕੇ 'ਚ ਕੋਈ ਪਾਣੀ ਨਹੀਂ, ਇੱਥੋਂ ਦੇ ਲੋਕ ਕਰਨਗੇ ਕੀ। ਜੇ 100 ਦੀਆਂ 100 ਧਾਰਾਵਾਂ ਸੀ ਜਿਹੜੀਆਂ, ਉਹ ਸਾਰੀਆਂ ਹੀ ਬੰਦ ਹੋ ਗਈਆਂ। ਮਾੜਾ ਮੋਟਾ ਘੱਗਰ ਹੈ ਜਿਹੜਾ ਬਚਿਆ ਰਹਿ ਗਿਆ, ਜਾਂ ਥੋੜ੍ਹਾ ਚਿਰ ਸਰਸਵਤੀ ਵਗੀ, ਪਰ ਉਹ ਵੀ ਥੱਲੇ ਦੀ ਜਾਣ ਲੱਗ ਗਈ। ਹਾਕੜਾ ਦਾ ਵਜੂਦ ਹੀ ਖਤਮ ਹੋ ਗਿਆ। ਅਤੇ ਇਸ ਕਰਕੇ ਇਹ ਜੰਗਲ ਸੀ ਜਿਹੜੇ ਹੌਲੀ ਹੌਲੀ ਸਮੇਂ ਦੇ ਨਾਲ ਜਿੱਥੋਂ ਦੀ ਦਰਿਆ ਵਗਦੇ ਸੀ ਉਹ ਟਿੱਬੇ ਬਣ ਗਏ। ਅੱਜ ਵੀ ਅਸੀਂ ਜਿਹੜੇ ਆ ਹੁਣ ਆਪਣੇ ਇਹਨਾਂ ਦਿਨਾਂ 'ਚ ਰੇਤੇ ਦੀਆਂ ਜਾਂ ਹੋਰ ਖੱਡਾਂ ਜਾਂ ਉਹ ਸਾਰਾ ਕੁਝ ਨਿਕਲ ਰਿਹਾ, ਅਤੇ ਜਿਹਦੇ ਪਿੱਛੇ ਰੋਜ਼ ਰੌਲਾ ਪੈਂਦਾ ਹੈ
ਉਹਦਾ ਕਾਰਨ ਇਹ ਹੈ ਕਿ ਇੱਥੇ ਸਾਡੀ ਧਰਤੀ ਦੇ ਵਿੱਚ ਰੇਤਾ ਹੈ ਹੀ ਬਹੁਤ, ਕਿਉਂਕਿ ਦਰਿਆ ਵਗਦੇ ਸੀ ਅਤੇ ਉੱਤੇ ਜਿਹੜਾ ਰੇਤਾ ਟਿੱਬਿਆਂ ਵਾਲਾ ਆਇਆ। ਇਹ ਰਾਜਸਥਾਨ ਦੇ ਵਿੱਚ ਵੀ ਇਹ ਦਰਿਆ ਜਦੋਂ ਵਗਣੋਂ ਬੰਦ ਹੋ ਗਿਆ ਅਤੇ ਉੱਧਰਲੇ ਟਿੱਬਿਆਂ ਦਾ ਰੇਤਾ ਤਾਂ ਇੱਧਰ ਨੂੰ ਹਨੇਰੀਆਂ ਤਾਂ ਫਿਰ ਚੱਲਣੀਆਂ ਹੀ ਸੀਗੀਆਂ। ਸਰ ਇਹਦੇ ਨਾਲ ਹੀ ਖੁੰਡ ਚਰਚਾ ਬਹੁਤ ਹੀ ਜ਼ਿਆਦਾ ਮਕਬੂਲ ਰਿਹਾ ਔਰ ਬਹੁਤ ਲੰਬਾ ਸਮਾਂ ਜਿਹੜਾ ਤੁਹਾਡਾ ਇਹ ਕਾਲਮ ਛਪਦਾ ਰਿਹਾ ਅਖਬਾਰਾਂ ਦੇ ਵਿੱਚ। ਔਰ ਇਸ ਤੋਂ ਇਲਾਵਾ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ ਕਾਫੀ ਜਗ੍ਹਾ ਤੁਸੀਂ ਘੁੰਮੇ ਹੈਗੇ ਹੋਗੇ, ਤਾਂ ਮੈਂ ਇੱਥੇ ਦੱਸਣਾ ਚਾਹਾਂਗੀ ਦਰਸ਼ਕਾਂ ਨੂੰ ਕਿ ਸਪੋਰਟਸ ਦੇ ਵਿੱਚ ਵੀ ਸਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆਪਾਂ ਕਹਿ ਲਈਏ ਵੀ, ਕਿਉਂਕਿ ਦੇਖੋ ਕਿਸੇ ਚੀਜ਼ ਨੂੰ ਲੱਭਣ ਵਾਸਤੇ ਉਹਦੇ ਲਈ ਬਹੁਤ ਜ਼ਿਆਦਾ ਖੋਜ ਕਰਨੀ ਪੈਂਦੀ ਹੈ ਔਰ ਵੱਖਰੇ ਵੱਖਰੇ ਲੋਕਾਂ ਨੂੰ ਲੱਭ ਕੇ ਲੈ ਕੇ ਆਉਣਾ, ਉਹਨਾਂ ਦੇ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਲੋਕਾਂ ਸਾਹਮਣੇ ਲੈ ਕੇ ਆਉਣੀਆਂ ਜਾਂ ਉਹਦੇ ਬਾਰੇ ਲਿਖਣਾ, ਇਹ ਵੀ ਇੱਕ ਕਲਾ ਹੁੰਦੀ ਔਰ ਇਹ ਹਰ ਕਿਸੇ ਦੇ ਵਿੱਚ ਨਹੀਂ ਹੁੰਦੀ ਹੈਗੀ। ਜਿਸ ਤਰ੍ਹਾਂ ਵਾਹ ਕੁੜੀਏ ਪੰਜਾਬ ਦੀ ਹੈ ਜਾਂ ਗੱਭਰੂ ਪੁੱਤ ਪੰਜਾਬ ਦੇ, ਰੰਗ ਚਰਚਾ ਜੋ ਕਿ ਚਿੱਤਰਕਾਰਾਂ ਦੇ ਨਾਲ ਸੰਬੰਧਿਤ ਸੀ, ਇਸ ਤਰ੍ਹਾਂ ਬਹੁਤ ਸਾਰੇ ਕਾਲਮ ਜਿਹੜੇ ਉਹ ਸਰ ਦੇ ਛਪਦੇ ਰਹੇ। ਸੋ ਜੋ ਤੁਸੀਂ ਇਹ ਕੰਟੈਂਟ ਲੈ ਕੇ ਆਉਂਦੇ ਸੀ, ਜਿਹੜਾ ਇਹਦੇ ਵਿੱਚ ਤੁਸੀਂ ਮਤਲਬ ਕਹਿ ਲਈਏ ਵੀ ਆਪਾਂ ਲੋਕਾਂ ਦੀਆਂ ਜੋ ਗੱਲਾਂ ਲੈ ਕੇ ਆਉਂਦੇ ਸੀਗੇ, ਸੋ ਕਿਵੇਂ ਤੁਹਾਨੂੰ ਲੱਗਦਾ ਸੀਗਾ ਵੀ ਤੁਸੀਂ ਜਾਣਦੇ ਹੋ, ਘਰੋਂ ਨਿਕਲਦੇ ਹੋ ਕਿ ਮੈਂ, ਕਿਉਂਕਿ ਪਤਾ ਤਾਂ ਹੁੰਦਾ ਨਹੀਂ ਹੋਣਾ ਕਿ ਮੈਂ ਕਿੱਧਰ ਨੂੰ ਚੱਲਿਆ, ਅਤੇ ਇੱਕ ਥਾਂ ਤੋਂ ਫਿਰ ਐਂ ਹੁੰਦਾ ਹੋਊਗਾ ਵੀ ਇੱਥੇ ਨੇੜੇ ਕੋਈ ਹੋਰ ਮਿਲ ਜੂਗਾ ਤਾਂ ਉਹ ਇਹ ਕੰਮ ਵੀ ਪੂਰਾ ਕਰ ਚੱਲੀਏ। ਸੋ ਇਹ ਜਿਹੜਾ ਸਾਰਾ ਸਫ਼ਰ ਸੀ ਇਹਦੇ ਬਾਰੇ ਵੀ ਸਾਨੂੰ ਵਿਸਥਾਰ ਸਹਿਤ ਜ਼ਰੂਰ ਦੱਸੋ ਵੀ ਇਹ ਕਿੱਦਾਂ ਰਿਹਾ ਜੀ। ਅਸਲ ਵਿੱਚ ਇਹ ਗੱਲ ਸੀ ਨਾ ਜਿਹੜੀ ਬੇਟੇ, ਬਚਪਨ ਤੋਂ ਇੱਕ ਲਾਲਸਾ ਸੀ ਕਿ ਮੈਂ ਇੱਕ ਚੰਗਾ ਖਿਡਾਰੀ ਬਣਾ। ਖੇਡਾਂ ਦੇ ਖੇਤਰ 'ਚ ਸ਼ੁਰੂਆਤ ਵੀ ਮੈਂ ਕੀਤੀ, ਪਰ ਜਿਹੜੇ ਪੱਧਰ 'ਤੇ ਮੇਰੇ ਵੱਡੇ ਭਾਈ ਸਾਹਿਬ ਦੇ ਸੁਪਨੇ ਸੀ ਜਾਂ ਬਾਪੂ ਜੀ ਦੇ ਸੁਪਨੇ ਸੀ, ਉਸ ਪੱਧਰ ਦਾ ਖਿਡਾਰੀ ਨਾ ਦਾ ਉਦੋਂ ਕੋਈ ਬਹੁਤ ਵਧੀਆ ਕੋਚ ਸੀ, ਨਾ ਮੇਰੇ ਨੇੜੇ ਕੋਈ ਸਟੇਡੀਅਮ ਸੀ। ਉਸ ਪੱਧਰ ਦਾ ਖਿਡਾਰੀ ਨਹੀਂ ਮੈਂ ਬਣ ਸਕਿਆ। ਲੰਮੀਆਂ ਰੇਸਾਂ ਲਾਈਆਂ, ਬਹੁਤ ਕੁਛ ਕੀਤਾ, ਕੋਸ਼ਿਸ਼ ਬਹੁਤ ਕੀਤੀ, ਪਰ ਉਸ ਪੱਧਰ ਦਾ ਖਿਡਾਰੀ ਮੈਂ ਨਾ ਬਣ ਸਕਿਆ। ਪਰ ਮੇਰੇ ਸਾਥੀ ਸੀ ਜਿਹੜੇ, ਉਹਨਾਂ ਦੇ ਵਿੱਚ ਕੁਛ ਇਹੋ ਜਿਹੇ ਸੀ ਜਿਹੜੇ ਬਹੁਤ ਵੱਡੇ ਖਿਡਾਰੀ ਬਣ ਗਏ, ਪਰ ਉਹਨਾਂ ਨਾਲ ਧੱਕਾ ਬਹੁਤ ਹੋਇਆ। ਅੱਜ ਵਾਂਗੂ ਜਿਵੇਂ ਹੁਣ ਵੀ ਖਿਡਾਰੀਆਂ ਨਾਲ ਤਾਂ ਧੱਕਾ ਹੀ ਹੋ ਰਿਹਾ। ਖਿਡਾਰੀਆਂ ਨੂੰ ਅੱਜ ਵੀ ਕੋਈ ਚੰਗਾ ਜੋਬ ਨਹੀਂ ਮਿਲਦਾ। ਹੁੰਦੇ ਤਾਂ ਉਹ ਹੀਰੋ ਆ, ਪਰ ਕਰ ਦਿੱਤੇ ਜਾਂਦੇ ਜ਼ੀਰੋ। ਸਾਡਾ ਸਮਾਜ ਵੀ ਇਹੋ ਜਿਹਾ, ਇਕੱਲੀ ਸਰਕਾਰ ਦਾ ਦੋਸ਼ ਨਹੀਂ, ਸਮਾਜ ਵੀ ਖਿਡਾਰੀਆਂ ਨੂੰ ਐਵੇਂ ਵਿਹਲੜ ਜਿਹੀ ਸਮਝਦਾ ਹੁੰਦਾ। ਇਹ ਗੱਲ ਸੀ ਜਿਹੜੀ ਇਹਨੇ ਮੈਨੂੰ ਥੋੜ੍ਹੀ ਜਿਹੀ ਮੇਰੇ ਅੱਗ ਜਿਹੀ ਲਾਈ ਅੰਦਰ ਕਿ ਮੈਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਫਿਰ ਮੈਂ 10ਵੀਂ ਤੋਂ ਬਾਅਦ ਥੋੜ੍ਹਾ ਜਿਹਾ ਪੜ੍ਹਾਈ ਵੱਲੋਂ ਟੁੱਟ ਗਿਆ, ਕਿਉਂਕਿ 11ਵੀਂ ਦੇ ਵਿੱਚ ਮੇਰੇ ਕੋਲ ਨੌਨ ਮੈਡੀਕਲ ਸੀ ਅਤੇ ਪਿੰਡ ਪੱਠੇ ਵੀ ਕੁਤਰ ਕੇ ਆਉਣੇ, ਪੱਠੇ ਵੱਢ ਕੇ ਵੀ ਲਿਆਉਣੇ, ਹੋਰ ਵੀ ਕੰਮ ਕਰਨੇ, ਅਤੇ ਇੱਕ ਅੰਗਰੇਜ਼ੀ ਮੀਡੀਅਮ, ਅਤੇ ਮੈਥੋਂ ਚੱਲ ਨਾ ਸਕਿਆ। ਮੈਂ ਉੱਥੇ ਫੇਲ ਹੋ ਗਿਆ, ਇਮਤਿਹਾਨ ਹੀ ਛੱਡਤਾ। ਉਸ ਗੱਲ ਨੇ ਘਰਦਿਆਂ ਦਾ ਮਨ ਤੋੜਤਾ। ਮੇਰੇ ਵੱਡੇ ਭਾਈ ਸਾਹਿਬ, ਬਹੁਤ ਵੱਡਾ ਨਾਂ ਸੀ ਉਹਨਾਂ ਦਾ, ਉਹ ਨਿਰਾਸ਼ਾ ਦੇ ਵਿੱਚ ਬਹੁਤ ਆ ਗਏ ਅਤੇ ਮੈਂ ਪ੍ਰਾਈਵੇਟ ਨੌਕਰੀਆਂ ਸ਼ੁਰੂ ਹੋ ਗਿਆ। ਅਸਲ ਵਿੱਚ ਉਹ ਪ੍ਰਾਈਵੇਟ ਨੌਕਰੀਆਂ ਉਦੋਂ ਤਾਂ ਮੈਨੂੰ ਲੱਗਦਾ ਸੀ ਮੈਂ ਭਕਾਈ ਕਰਦਾ ਫਿਰਦਾ, ਪਰ ਅੱਜ ਜਿੰਨਾ ਤਜਰਬਾ, ਜਿਹੜਾ ਲੰਮਾ ਸਮਾਂ ਖੁੰਡ ਚਰਚਾ ਚੱਲਿਆ, ਉਹ ਸੀ ਕਿ ਉਹਨਾਂ ਥਾਵਾਂ 'ਤੇ ਲੁੱਟ ਕਿਵੇਂ ਹੁੰਦੀ ਹੈ। ਇੱਕ ਕਿਸਾਨ ਦੀ, ਮਜ਼ਦੂਰ ਦੀ, ਆਮ ਆਦਮੀ ਦੀ ਕਿਵੇਂ ਉਹਨੂੰ ਲੁੱਟਿਆ ਜਾਂਦਾ, ਕਿਵੇਂ ਉਹਨਾਂ ਧੋਖਾ ਕੀਤਾ ਜਾਂਦਾ। ਅੱਜ ਤੋਂ 50 ਸਾਲ ਪਹਿਲਾਂ ਦੀਆਂ ਗੱਲਾਂ, ਉਦੋਂ ਵੀ ਐਂ ਧੋਖਾ ਕੀਤਾ ਜਾਂਦਾ ਸੀ। ਵੱਖ-ਵੱਖ ਮਹਿਕਮੇ ਨਾਲ ਮੇਰਾ ਵਾਹ ਰਿਹਾ। ਉਹ ਮਹਿਕਮੇ ਜਿਨ੍ਹਾਂ ਨੂੰ ਅੱਜ ਐਂ ਸਮਝਿਆ ਜਾਂਦਾ ਬੜੇ ਬੜੇ ਬੀਬੇ, ਤਾਂ ਇਹ ਨਹੀਂ ਇਹੋ ਜਿਹਾ ਕੁਛ ਕਰਦੇ, ਅਤੇ ਮੈਂ ਹੱਥੀਂ ਪੈਸੇ ਦੇ ਕੇ ਆਇਆ ਮੈਂ ਉਹਨਾਂ ਨੂੰ। ਇਹ ਸਾਰੀਆਂ ਗੱਲਾਂ ਨੇ ਮੇਰੇ ਅੰਦਰ ਇੱਕ ਅੱਗ ਜਿਹੀ ਲਾਤੀ ਅਤੇ ਮੈਂ ਸੋਚਿਆ ਮੈਂ ਇਹੋ ਜਿਹਾ ਕੁਛ ਲਿਖਾਂ ਜਿਹੜਾ ਆਮ ਨਹੀਂ ਕੋਈ ਲਿਖਦਾ। ਫਿਰ ਖਾਸ ਕਰਕੇ ਐਮਫਿਲ ਕਰਦਿਆਂ ਮੇਰੇ ਉਸਤਾਦ ਨੇ ਮੈਨੂੰ ਇੱਕ ਗੱਲ ਕਹੀ ਸੀ, ਕਹਿੰਦੇ ਵੀ ਐਮਫਿਲ 2 ਕਿਸਮ ਦੀ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਕਿ ਅਸੀਂ ਉਹਨੂੰ ਖੋਜੀ ਬਣਾ ਕੇ ਘੱਲ ਦਿੰਦੇ ਹਾਂ, ਅਤੇ ਇੱਕ ਐਮਫਿਲ ਹੁੰਦੀ ਹੈ ਵੀ ਕਿਸੇ ਨੂੰ 2000 ਰੁਪਈਆ ਦਿਓ ਅਤੇ ਅਗਲਾ ਤੁਹਾਡਾ ਡੈਸਰਟੇਸ਼ਨ ਲਿਖ ਦਿੰਦਾ, ਤੁਹਾਡੀ ਐਮਫਿਲ ਹੋ ਜਾਂਦੀ ਹੈ। ਹੁਣ ਤੂੰ ਕਿਹੜੀ ਕਰਨੀ ਹੈ? ਮੈਂ ਕਿਹਾ ਜੀ ਪੈਸੇ ਪੂਸੇ ਤਾਂ ਹੈ ਨਹੀਂ ਦੇਣ ਨੂੰ, ਟੱਕਰਾਂ ਮਾਰ ਲੂੰਗਾ। ਉਹਨਾਂ ਨੇ ਪਹਿਲਾਂ ਹੀ ਮੈਨੂੰ ਜਿਹੜੀ ਐਮਫਿਲ ਦਾ ਹੀ ਡੈਸਰਟੇਸ਼ਨ ਦਿੱਤਾ ਨਾ, ਅਤੇ ਉਹ ਪਾਕਿਸਤਾਨੀ ਨਾਵਲ ਦੇ ਉੱਤੇ ਸੀ, ਪਾਕਿਸਤਾਨੀ ਪੰਜਾਬੀ ਨਾਵਲ 'ਤੇ। ਕੋਈ ਹੱਥ ਹੀ ਨਹੀਂ ਪਾਉਂਦਾ ਸੀ, ਕਿਉਂਕਿ ਮੇਰੇ ਕੋਲ ਤਾਂ ਪੈਸੇ ਨਹੀਂ ਸੀ ਪਾਕਿਸਤਾਨ ਜਾਣ ਨੂੰ। ਪਰ ਮੈਂ ਉਹਦੇ ਵਾਸਤੇ ਖੋਜ ਬਹੁਤ ਕੀਤੀ, ਭੱਜਿਆ ਨੱਸਿਆ ਬਹੁਤ, ਅਤੇ ਵੱਖ-ਵੱਖ ਮਹਿਕਮਿਆਂ 'ਚ ਕੰਮ ਕਰਦਿਆਂ, ਕਿਉਂਕਿ ਪ੍ਰਾਈਵੇਟ ਹੀ ਮੈਂ ਪੜ੍ਹਦਾ ਸੀ। ਮੈਂ ਸਾਰੀ ਜ਼ਿੰਦਗੀ 1-2 ਵਾਰੀ ਯੂਨੀਵਰਸਿਟੀ ਜਾਣ ਤੋਂ ਬਿਨਾਂ ਜਾਂ ਕਾਲਜਾਂ ਜਾਣ ਤੋਂ ਬਿਨਾਂ ਪ੍ਰਾਈਵੇਟ ਹੀ ਪੜ੍ਹਿਆ, ਅਤੇ ਪ੍ਰਾਈਵੇਟ ਬਿਲਕੁਲ ਧੱਕੇ ਖਾ ਕੇ ਨਾਲ ਜੋਬ ਕਰਨੀ, ਅਤੇ ਕਈ ਵਾਰ ਜਿੱਥੇ ਰਹਿਣਾ ਉਹਨਾਂ ਨੇ ਕਹਿਣਾ ਭਾਈ ਰਾਤ ਨੂੰ ਬੱਲਬ ਨਾ ਜਗਾਓ, ਅਤੇ ਸੜਕ 'ਤੇ ਬੈਠ ਕੇ ਵੀ ਪੜ੍ਹਨਾ ਪਿਆ। ਉੱਥੋਂ ਖੋਜ ਦੀ ਪ੍ਰਵਿਰਤੀ ਲੱਗੀ, ਅਤੇ ਖੁੰਡ ਚਰਚਾ ਅਤੇ ਜਾਂ ਮਾਹੀ ਦੀ ਚਰਚਾ ਗਲੀ ਗਲੀ, ਇਹ ਚਰਚਾ ਸ਼ਬਦ ਨਾਲ ਹੀ ਸ਼ੁਰੂ ਹੁੰਦਾ ਸੀ ਕੰਮ। ਉਹ ਜਾ ਕੇ ਮਾਈਆਂ ਕੋਲੇ, ਕਈ ਵਾਰੀ ਮੇਰੇ ਸਾਥੀ ਨਾਲ ਹੁੰਦੇ, ਇਕੱਲਾ ਤਾਂ ਮੈਂ ਨਹੀਂ ਜਾਂਦਾ ਕਿਉਂਕਿ ਫੋਟੋਗ੍ਰਾਫਰ ਨਾਲ ਚਾਹੀਦਾ ਸੀ। ਸਤਪਾਲ ਮਾਨ ਹੁੰਦਾ, ਸ਼ਮਸ਼ੇਰ ਢਿੱਲੋਂ ਹੁੰਦਾ, ਆਤਮਾ ਸਿੰਘ ਔਲਖ ਹੁੰਦੇ, ਗੁਰਚਰਨ ਸਿੰਘ ਹੁੰਦਾ, ਜਾਂ ਜਿਹੜਾ ਵੀ ਮੈਨੂੰ ਸਾਥੀ ਮਿਲ ਜਾਂਦਾ ਮੈਂ ਉਹਨੂੰ ਕਹਿੰਦਾ ਵੀ ਆ ਚੱਲੀਏ।
ਤੇ ਇਹ ਨੌਜਵਾਨ ਮੁੰਡਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਅਸੀਂ ਜਾ ਕੇ ਮਾਈਆਂ ਬੀਬੀਆਂ ਨਾਲ, ਉਹਨਾਂ ਮਾਈਆਂ ਬੀਬੀਆਂ ਨਾਲ ਗੱਲਾਂ ਬਾਤਾਂ ਕਰਦਿਆਂ ਇੰਨਾ ਕੁਝ ਸਾਹਮਣੇ ਆਇਆ ਜਿਹੜਾ ਕਦੇ ਸੋਚਿਆ ਹੀ ਨਹੀਂ ਸੀ। ਉਦੋਂ ਪਹਿਲਾਂ ਤਾਂ ਇਹ ਸੋਚਦੇ ਸੀ ਖਿਡਾਰੀ ਤਾਂ ਰੱਬ ਵਰਗੇ ਹੁੰਦੇ, ਖਾਸ ਕਰਕੇ ਮੈਂ ਸੋਚਦਾ ਸੀ, ਪਰ ਉਹਨਾਂ ਨੇ ਉਹ ਗੱਲਾਂ ਦੱਸੀਆਂ ਕਿ ਕਿਵੇਂ ਰਾਜਿਆਂ ਤੋਂ ਫਕੀਰ ਬਣਦਾ ਖਿਡਾਰੀ, ਕਿਵੇਂ ਉਹਨਾਂ ਦੇ ਘਰੇ ਰੋਟੀ ਪੱਕਣੋਂ ਹਟ ਜਾਂਦੀ ਹੈ, ਕਿਵੇਂ ਇਹੋ ਜਿਹੇ ਹਾਲਾਤ ਬਣ ਜਾਂਦੇ ਘਰੇ ਮੰਜਾ ਤੱਕ ਨਹੀਂ ਹੁੰਦਾ, ਕਿਵੇਂ ਕੁੜੀਆਂ ਵਿਆਹੁਣ ਵਾਸਤੇ ਜਿਹੜੀ 2 ਕਿੱਲੇ ਜ਼ਮੀਨ ਹੁੰਦੀ ਉਹ ਵੇਚਣੀ ਪੈਂਦੀ ਹੈ ਅਤੇ ਖਿਡਾਰੀ ਅਖੀਰ ਨੂੰ ਜਾਂ ਤਾਂ ਅਮਲੀ ਭੰਗੀ ਬਣ ਕੇ ਰਹਿ ਜਾਂਦਾ, ਜਾਂ ਨਸ਼ਿਆਂ ਦੇ ਕਾਰੋਬਾਰ 'ਚ ਪੈ ਜਾਂਦਾ, ਅਤੇ ਜਾਂ ਪੁਲਿਸ ਦੇ ਡਿੱਕੇ ਚੜ੍ਹ ਜਾਂਦਾ ਅਤੇ ਉਹ ਗੈਂਗਸਟਰ ਬਣਾ ਦਿੰਦੇ ਆ। ਇਹ ਅੱਜ ਦੀ ਕਹਾਣੀ ਨਹੀਂ, 50 ਸਾਲ ਪਹਿਲਾਂ ਵੀ ਇਹ ਸੀ ਅਤੇ ਅੱਜ ਵੀ ਉਹੀ ਚੱਲੀ ਜਾਂਦੀ ਹੈ। ਸੁਪਨ ਉਡਾਰੀ ਚੈਨਲ ਤੇ ਆਪਣੀ ਕਲਾ ਨੂੰ ਜਗ ਜ਼ਾਹਿਰ ਕਰਨ ਲਈ ਸੰਪਰਕ ਕਰੋ ਸਤਪਾਲ ਮਾਨ 75088 72726 75088 72726। ਸਰ ਹੁਣ ਮੇਰੇ ਮਨ 'ਚ ਇੱਕ ਇਹ ਜਿਗਿਆਸਾ ਆਈ ਹੈ ਵੀ ਤੁਸੀਂ ਸਾਨੂੰ ਇੰਨੀਆਂ ਗੱਲਾਂ ਦੱਸੀਆਂ ਵੀ ਤੁਸੀਂ ਬੀਬੀਆਂ ਨੂੰ ਮਿਲਦੇ ਸੀ ਜਾਂ ਤੁਸੀਂ ਖਿਡਾਰੀਆਂ ਨੂੰ ਮਿਲੇ ਜਾਂ ਤੁਸੀਂ ਉਹਨਾਂ ਦੀਆਂ ਪਤਨੀਆਂ ਨਾਲ ਗੱਲਾਂ ਬਾਤਾਂ ਕੀਤੀਆਂ, ਸੋ ਇਸ ਸਭ ਦੇ ਲਈ ਇੱਕ ਤਾਂ ਮਤਲਬ ਇਹ ਚੀਜ਼ ਵੀ ਮੈਂ ਪੁੱਛਣੀ ਚਾਹਾਂਗੀ ਕਿ ਕੀ ਤੁਹਾਨੂੰ ਇਹ ਸਾਰਾ ਕੁਝ ਪੰਜਾਬ ਦੇ ਅੰਦਰ ਹੀ ਮਿਲ ਗਿਆ ਜਾਂ ਪੰਜਾਬ ਤੋਂ ਬਾਹਰਲੇ ਜਿਹੜੇ ਨਾਮਵਰ ਲੋਕ ਸੀ ਉਹਨਾਂ ਨੂੰ ਵੀ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ? ਔਰ ਦੂਜੀ ਗੱਲ, ਘਰਦਿਆਂ ਨੇ ਕਦੇ ਨਹੀਂ ਕਿਹਾ ਕਿ ਕਾਕਾ ਤੂੰ ਕਿੱਧਰ ਨੂੰ ਚੱਲਿਆ ਤੇ ਕਿਹੜੇ ਕੰਮਾਂ ਦੇ ਵਿੱਚ ਪਿਆ, ਜਾਂ ਇਸ ਤਰ੍ਹਾਂ ਦੀ ਕੋਈ ਵਰਜ ਵਗੈਰਾ ਕੋਈ ਘਰੋਂ ਨਹੀਂ ਸੀ ਹੈਗੀ ਤੁਹਾਨੂੰ? ਬਿਮਾਰੀ ਘਰੋਂ ਲੱਗੀ ਸੀ, ਜੇ ਤਾਂ ਬਾਹਰੋਂ ਲੱਗਦੀ ਫਿਰ ਤਾਂ ਮੈਨੂੰ ਕੋਈ ਨਾ ਕੋਈ ਟੋਕਦਾ। ਵੱਡੇ ਭਾਈ ਸਾਹਿਬ ਸਿਹਤ ਨਾਲ ਜੁੜੇ ਸੀ ਅਤੇ ਮੈਨੂੰ ਲੱਗਦਾ ਵੀ ਉਹ ਮਹੀਨੇ 'ਚ 10 ਦਿਨ ਤਾਂ ਉਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਰਹਿਣਾ ਹੁੰਦਾ ਸੀ। ਉਹ ਆਦਤਾਂ ਉਹ ਜਿਹੀਆਂ ਪੈ ਗਈਆਂ। ਦੂਜੀ ਗੱਲ ਘਮੱਕੜਪੁਣੇ ਦੀਆਂ, ਤੁਹਾਨੂੰ ਮੈਂ ਦੱਸਿਆ ਵੀ ਜਦੋਂ ਮੈਂ ਵੱਖ-ਵੱਖ ਮਹਿਕਮਿਆਂ 'ਚ ਕੰਮ ਕੀਤਾ ਅਤੇ ਪਤਾ ਨਹੀਂ ਕਿੱਥੇ ਕਿੱਥੇ ਜਾਣਾ ਪਿਆ, ਕਿੱਥੇ ਕਿੱਥੇ ਤੋਰਾ ਫੇਰਾ ਕਰਨਾ ਪਿਆ, ਪੰਜਾਬ ਦਾ ਪਿੰਡ ਪਿੰਡ ਗਾਹਤਾ ਮੈਂ। ਪਰ ਜਦੋਂ ਅਸਲੀ ਗੱਲ ਸੀ ਜਿਹੜੀ, ਉਹ ਸੀ ਕਿ ਪੰਜਾਬ ਤੋਂ ਬਾਹਰ ਦੀ, ਪੰਜਾਬ ਤੋਂ ਬਾਹਰ ਮੈਂ ਬਹੁਤ ਮਤਲਬ ਉੱਤਰੀ ਭਾਰਤ ਤਾਂ ਸਾਰਾ ਹੀ ਗਾਹਤਾ ਸੀ। ਜਿਹੜਾ ਦੱਖਣੀ ਭਾਰਤ ਸੀ ਇਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ ਸੀ। ਦਿਲਚਸਪ ਗੱਲ ਇਹ ਹੈ ਵੀ ਅਸੀਂ 5-7 ਦੋਸਤਾਂ ਨੇ ਬਣਾਇਆ ਵੀ ਆਪਾਂ ਚੱਲੀਏ ਵਾ ਕੇਰਲਾ ਚੱਲ ਕੇ ਆਈਏ, ਅਤੇ ਸਾਨੂੰ ਕਿਸੇ ਨੂੰ ਨਹੀਂ ਪਤਾ ਸੀ ਵੀ ਕੇਰਲਾ ਕਿਵੇਂ ਜਾਈਦਾ। ਐਸੇ ਥਾਂ 'ਤੇ ਬੈਠਿਆਂ ਇੱਕ ਮੇਰਾ ਦੋਸਤ ਚਿੱਤਰਕਾਰ, ਉਹਦੀ ਮੈਂ ਇੰਟਰਵਿਊ ਕਰਨੀ ਸੀ ਅਤੇ ਉਹ ਇੱਥੇ ਆਇਆ ਸੀ ਲੁਧਿਆਣੇ ਤੋਂ। ਉਹ ਮੈਨੂੰ ਕਹਿੰਦਾ ਯਾਰ ਜੇ ਜਾਣਾ ਤਾਂ ਪ੍ਰੋਗਰਾਮ ਬਣਾਓ। ਮੈਂ ਕਿਹਾ ਵੀ ਬਣਾ ਲੈਂਦੇ ਹਾਂ, ਪ੍ਰੋਗਰਾਮ ਤਾਂ ਬਣਾ ਲਾਂਗੇ। ਅਤੇ ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਦੱਸੋ ਤੁਸੀਂ ਕਿਵੇਂ ਜਾਣਾ। ਉਹਨੇ ਜੀ ਜਾ ਕੇ ਪਲੰਦਾ ਘੱਲਤਾ ਪੂਰਾ, ਉਹ ਪਲੰਦਾ ਘੱਲ ਕੇ ਅਤੇ ਮੈਂ ਦੋਸਤਾਂ ਨੂੰ ਆਪਦਿਆਂ ਨੂੰ ਆਖਿਆ ਵੀ ਚਲੋ ਭਾਈ। ਸੀ ਅਸੀਂ ਕੱਚੇ ਪੱਕੇ ਜਿਵੇਂ ਗੱਲਾਂ ਜਿਹੀਆਂ ਕਰਦੇ ਹੁੰਦੇ ਐਂ ਹੀ ਕਰਦੇ ਸੀ। ਅਤੇ ਫਿਰ ਬਈ ਅਸੀਂ ਤੁਰ ਪਏ। ਫਿਰ ਕੇਰਲਾ ਤੋਂ ਬਿਨਾਂ ਪਹਿਲਾਂ ਅਸੀਂ ਕਰਨਾਟਕਾ, ਆਂਧਰਾ ਪ੍ਰਦੇਸ਼, ਇਹਨਾਂ ਥਾਵਾਂ 'ਤੇ ਗਏ। ਸਹੀ ਗੱਲ ਵੀ ਸਾਨੂੰ, ਅਸੀਂ ਸੋਚਿਆ ਸੀ ਵੀ ਉੱਥੇ ਨਾਲ ਹੀ ਨਕਸ਼ੇ ਤਾਂ ਕੇਰਲਾ ਦੇ, ਅਤੇ ਭੱਜ ਕੇ ਜਾਵਾਂਗੇ। ਉੱਥੇ ਜਾ ਕੇ ਪਤਾ ਲੱਗਿਆ ਵੀ ਇੱਥੋਂ ਕੇਰਲਾ ਨਹੀਂ ਆਇਆ ਜਾਇਆ ਜਾਂਦਾ, ਤੁਹਾਨੂੰ ਵਾਪਸੀ ਮੁੜਨਾ ਪੈਣਾ। ਕਿਉਂਕਿ ਅਸੀਂ ਬੰਗਲੌਰ, ਹੈਦਰਾਬਾਦ ਵਗੈਰਾ ਅਤੇ ਉਹਨਾਂ ਥਾਵਾਂ 'ਤੇ ਫਿਰਦੇ ਰਹੇ। ਮੈਂਗਲੂਰ ਵਗੈਰਾ ਜਾ ਕੇ ਵੇਖਿਆ। ਅਤੇ ਮੈਂਗਲੂਰ ਵਾਲੀ ਇੱਕ ਦਿਲਚਸਪ ਗੱਲ ਵੀ ਹੈ ਵੀ ਇੱਥੇ ਇੱਕ ਵਾਰੀ ਮੇਰੇ ਇੱਕ ਦੋਸਤ ਨੇ ਮੇਰੇ ਨਾਲ ਸ਼ਰਤ ਲਾ ਲਈ। ਉਹ ਕਹਿੰਦਾ ਬੰਗਲੌਰ ਅਤੇ ਮੰਗਲੂਰ ਇੱਕੋ ਹੀ ਹੈ, ਬੋਲਣ 'ਚ ਹੀ ਫਰਕ ਹੈ। ਮੈਂ ਥੋੜ੍ਹਾ ਮੋਟਾ ਜਿੰਨਾ ਕੁ ਜਾਣਿਆ ਸੀ, ਮੈਂ ਆਖਿਆ ਵੀ ਸ਼ਰਤਾਂ ਨਹੀਂ ਮੈਂ ਲਾਉਂਦਾ, ਅਤੇ ਪਰ ਇਹ ਅੱਡੋ ਅੱਡ ਹੈ। ਉਹ ਕਹਿੰਦਾ ਨਾ ਇਕੱਠੇ ਹੈ। ਅਤੇ ਸੱਚ ਜਾਣੋ ਵੀ ਅਸੀਂ ਜਦੋਂ ਬੰਗਲੌਰ ਗਏ ਨਾ, ਮੈਂ ਆਖਿਆ ਵੀ ਮੈਂਗਲੂਰ ਕਿੱਥੇ ਆਪਾਂ ਵੇਖਣਾ ਹੈ। ਉਹ ਕਹਿੰਦੇ ਉਹ ਤਾਂ ਬਹੁਤ ਦੂਰ ਹੈ, ਉਹ ਸਮੁੰਦਰ ਦੇ ਕਿਨਾਰੇ 'ਤੇ ਹੈ। ਮੇਰੇ ਦੋਸਤ ਕਹਿੰਦੇ ਯਾਰ ਇੰਨੇ ਨਾਲ ਸਮੁੰਦਰੀ ਵੇਖ ਲਾਂਗੇ। ਅਸੀਂ ਜੇ ਉੱਥੋਂ ਚੱਲੇ ਰਾਤ ਨੂੰ, ਤੜਕੇ ਨੂੰ ਉੱਥੇ ਜਾ ਪਹੁੰਚੇ, ਅਤੇ ਉੱਥੇ ਜਾ ਕੇ ਵੇਖਿਆ ਵੀ ਨਾਥ ਬਾਬੇ ਜਿਹੜੇ ਆਪਣੇ ਸੀ ਨਾ ਇੱਥੇ, ਜਿਹਨਾਂ ਨੂੰ ਪੰਜਾਬੀ ਸਮਝਿਆ ਜਾਂਦਾ ਸੀ, ਬਾਬੇ ਗੋਰਖਨਾਥ ਵਰਗੇ, ਉਹਨਾਂ ਦੇ ਉੱਥੇ ਵੀ ਡੇਰੇ ਸੀ। ਅਤੇ ਉੱਥੇ ਜਾ ਕੇ ਪਤਾ ਲੱਗਾ ਮੰਗਲੌਰ ਕੀ ਹੈ ਅਤੇ ਬੰਗਲੌਰ ਕੀ ਹੈ। ਅਤੇ ਉਸ ਤੋਂ ਬਾਅਦ ਅਗਲੇ ਸਾਲ ਫਿਰ ਕੇਰਲਾ ਦਾ ਬਣ ਗਿਆ। ਅਤੇ ਕੇਰਲਾ ਜਾ ਕੇ ਉਹ ਗੱਲਾਂ ਮਿਲੀਆਂ। ਅਸੀਂ ਕਿਉਂ ਗਏ? ਕਿਉਂਕਿ ਕੇਰਲਾ ਬਾਰੇ ਸੁਣਿਆ ਸੀ ਕਿ ਏਸ਼ੀਆ ਦੇ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਉੱਥੇ ਹੈ। ਅਤੇ ਅਸੀਂ ਜਦੋਂ ਗਏ ਤਾਂ ਲੋਕਾਂ ਨੂੰ ਸਵਾਲ ਪੁੱਛਣ ਲੱਗੇ, ਅਤੇ ਸਾਡੀ ਭਾਸ਼ਾ ਕਿਸੇ ਨੂੰ ਆਵੇ ਨਾ, ਕਿਉਂਕਿ ਅਸੀਂ ਤਾਂ ਹਿੰਦੀ ਬੋਲਦੇ ਸੀ, ਜਾਂ ਪੰਜਾਬੀ ਨੂੰ ਅੰਗਰੇਜ਼ੀ ਬੋਲਦੇ ਸੀ, ਅਤੇ ਜਾਂ ਪੰਜਾਬੀ ਬੋਲਦੇ ਸੀ। ਅੱਛਾ, ਉਹ ਮਲਿਆਲਮ ਮਿਲਾ ਕੇ ਅੰਗਰੇਜ਼ੀ ਬੋਲਦੇ ਸੀ, ਸਮਝ ਕਿੱਥੋਂ ਆਉਣੀ ਸੀ। ਇੱਕ ਕੁਦਰਤੀ ਇੱਕ ਚਿੱਤਰਕਾਰ ਦੀ ਲੱਗੀ ਹੋਈ ਸੀ ਉੱਥੇ ਆਪਣੀ ਵਰਕਸ਼ਾਪ, ਅਤੇ ਅਸੀਂ ਉੱਥੇ ਜਾ ਪਹੁੰਚੇ। ਉਹ ਥੋੜ੍ਹੀ ਜਿਹੀ ਹਿੰਦੀ ਅਤੇ ਅੰਗਰੇਜ਼ੀ ਜਾਣਦਾ ਸੀ। ਮੈਂ ਚਿੱਤਰਕਾਰਾਂ ਬਾਰੇ ਲਿਖਦਾ ਸੀ, ਅਤੇ ਮੈਂ ਉਹਦੀ ਇੰਟਰਵਿਊ ਵਗੈਰਾ ਕਰਨ ਲੱਗ ਗਿਆ ਜਾਂ ਪੁੱਛਣ ਲੱਗ ਗਿਆ, ਅਤੇ ਉੱਥੋਂ ਥੋੜ੍ਹਾ ਜਿਹਾ ਲਿਹਾਜ਼ ਪੈ ਗਿਆ। ਅਸੀਂ ਉਹਨੂੰ ਸਵਾਲ ਕਰਤਾ, ਯਾਰ ਕੇਰਲਾ ਕਿਉਂ ਪੜ੍ਹਿਆ, ਪੰਜਾਬ ਕਿਉਂ ਨਹੀਂ? ਪਹਿਲਾਂ ਤਾਂ ਹੱਸ ਕੇ ਜੇ ਕਹਿੰਦਾ ਤੁਸੀਂ ਕਹਿੰਦਾ ਅੰਗਰੇਜ਼ਾਂ ਤੋਂ ਸ਼ਰਾਬ ਲੈ ਲਈ, ਅਸੀਂ ਕਿਤਾਬ ਲੈ ਲਈ, ਅਸੀਂ ਪੜ੍ਹਨਾ ਹੀ ਸੀ।
ਅਸੀਂ ਆਖਿਆ ਨਹੀਂ ਯਾਰ ਤੂੰ ਚੱਜ ਨਾਲ ਦੱਸ। ਕਹਿੰਦਾ ਮੇਰੇ ਘਰੇ ਆ ਜਾਓ, ਸਾਰੀ ਗੱਲ ਮੈਂ ਤੁਹਾਨੂੰ ਉੱਥੇ ਸਪਸ਼ਟ ਕਰ। ਅਤੇ ਅਸੀਂ ਜੀ ਉਹ ਜਦੋਂ ਘਰੇ ਜਾਣ ਦੀ ਗੱਲ ਕੀਤੀ ਅਤੇ ਮੇਰੇ ਨਾਲ ਦੇ ਕਹਿੰਦੇ ਮੈਂ ਯਾਰ ਨੰਬਰ ਬਣਾਉਂਦਾ ਊਂ ਆਪਾਂ ਨੂੰ ਘਰੇ ਲਿਜਾ ਕੇ ਆਸੇ ਪਾਸੇ ਪਿੰਡ ਵਾਲਿਆਂ ਨੂੰ ਦੱਸੂਗਾ ਮੇਰੇ ਕੋਲ ਆਹ ਬੰਦੇ ਆਏ ਆ ਪੰਜਾਬ ਤੋਂ। ਪਰ ਮੇਰੇ ਮਨ 'ਚ ਖੁਦਕੁਦੀ ਜੀ ਲੱਗੀ ਸੀ ਬਈ ਆਪਾਂ ਚੱਲੀਏ, ਜ਼ਰੂਰ ਚੱਲੀਏ। ਅਸੀਂ ਉਹਦੇ ਘਰੇ ਚਲੇ ਗਏ। ਉਹ ਕਹਿੰਦਾ ਬੈਠੋ ਪਹਿਲਾਂ ਮੈਂ ਤੁਹਾਨੂੰ ਨਾਰੀਅਲ ਖਵਾਉਣਾ। ਉਹ ਜੀ ਨਾਰੀਅਲ ਦੇ ਉੱਤੇ ਘੱਟੋ ਘੱਟ ਵੀ 30 ਫੁੱਟ ਉੱਚਾ ਨਾਰੀਅਲ ਹੋਣਾ ਅਤੇ ਉਹ ਤਾਂ ਬਾਂਦਰਾਂ ਨੂੰ ਚੜ੍ਹ ਗਿਆ। ਅਸੀਂ ਬੜੇ ਹੈਰਾਨ ਸੀ ਵੀ ਇਹ ਬੰਦਾ ਕਿਹੋ ਜਿਹਾ ਹੈ। ਉਸ ਵੇਲੇ ਸਾਡੇ ਨਾਲ ਚੱਲ 2-4 ਸਾਲ ਛੋਟਾ ਹੋਊਗਾ। MFA ਉਹਦੀ ਕੀਤੀ ਹੋਈ, ਪੜ੍ਹਿਆ ਲਿਖਿਆ ਬੰਦਾ, ਚਿੱਤਰਕਾਰ। ਅਤੇ ਉਹਨੇ ਸਾਨੂੰ ਨਾਰੀਅਲ ਖਵਾਏ ਅਤੇ ਉਸ ਤੋਂ ਬਾਅਦ ਕਹਿੰਦਾ ਵੀ ਹੁਣ ਮੈਂ ਕਿਹਾ ਵੀ ਸਾਡਾ ਹੀ ਤਾਂ ਉਹ ਜਵਾਬ ਲੈਣ ਆਏ ਹੈ। ਕਹਿੰਦਾ ਉਹ ਜਵਾਬ ਵੀ ਦਿੰਦਾ। ਉਹ ਸਾਨੂੰ ਜੀ ਆਪਦੇ ਬਾਪ ਦੇ ਕਮਰੇ 'ਚ ਲੈ ਗਿਆ। ਕਹਿੰਦਾ ਇਹ ਮੇਰੇ ਪਿਤਾ ਜੀ ਦਾ ਕਮਰਾ ਹੈ ਅਤੇ ਆਹ ਕੁਰਸੀ ਹੈ ਇਹ ਉਹਨਾਂ ਵਾਸਤੇ ਹੀ ਹੈ, ਇੱਥੇ ਹੋਰ ਕੋਈ ਨਹੀਂ ਬਹਿੰਦਾ, ਅਤੇ ਆਹ ਉਹਨਾਂ ਦੀ ਲਾਇਬ੍ਰੇਰੀ ਹੈ। ਅਤੇ ਅਸੀਂ ਉਹ ਹੈਰਾਨ ਜੇ ਨਾ ਹੋਏ ਕਿਉਂਕਿ ਆਪਣੇ ਘਰਾਂ 'ਚ ਆਮ ਤੌਰ 'ਤੇ ਸਾਡੇ ਸਾਰਿਆਂ ਦੀ ਲਾਇਬ੍ਰੇਰੀਆਂ ਸੀ। ਅਸੀਂ ਕਿਹਾ ਵੀ ਇਹ ਜਿਹੀਆਂ ਲਾਇਬ੍ਰੇਰੀਆਂ ਸਾਡੇ ਵੀ ਹੈਗੀਆਂ। ਉਹ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਤੁਹਾਡੇ ਲਾਇਬ੍ਰੇਰੀਆਂ ਹੈ ਨਹੀਂ, ਤੁਹਾਡੇ ਬਾਪ ਕਿਸੇ ਦਾ ਬਾਪ DSP ਰਿਟਾਇਰ ਹੋਇਆ। ਅਸੀਂ ਕਿਹਾ ਨਹੀਂ। ਕਹਿੰਦੇ ਮੇਰਾ ਬਾਪ DSP ਰਿਟਾਇਰ ਹੋਇਆ। ਮੇਰੇ ਨਾਲ ਦਾ ਘੱਸ ਕੇ ਜੇ ਕਹਿੰਦਾ ਸਾਡੇ ਤਾਂ ਥਾਣੇਦਾਰਾਂ ਦੇ ਘਰੇ ਖਾਲੀ ਬੋਤਲਾਂ ਹੁੰਦੀਆਂ ਅਤੇ ਉਹਨਾਂ ਦੇ ਘਰ ਵਾਲੀਆਂ ਵੇਚਦੀਆਂ ਹੁੰਦੀਆਂ। ਅਤੇ ਉਦੋਂ ਬਾਅਦ ਜੀ ਉਹਨੇ ਆਪਦੀ ਮਾਂ ਦੇ ਕਮਰੇ 'ਚ ਲੈ ਗਿਆ। ਉਹਦੀ ਮਾਂ ਹਿੰਦੀ ਅਧਿਆਪਕਾ, ਰਿਟਾਇਰ ਹੋਈ ਸੀ, ਬਿਮਾਰ ਪਈ ਸੀ, ਪਰ ਅਸ਼ਕੇ ਜਾਈਏ ਵੀ ਉਹਨੇ ਮਲਿਆਲਮ ਤੋਂ ਬਿਨਾਂ ਕੋਈ ਬੋਲੀ ਨਹੀਂ ਕੁਛ ਵੀ। ਅਸੀਂ ਆਖਿਆ ਯਾਰ ਹਿੰਦੀ ਕਿਉਂ ਨਹੀਂ ਬੋਲਦੇ ਮਾਤਾ? ਕਹਿੰਦੇ ਸਾਡੇ ਘਰਾਂ 'ਚ ਕਰਵਾ ਰਿਹਾ ਵੀ ਇੱਥੇ ਮਲਿਆਲਮ ਹੀ ਬੋਲੀ ਜਾਊਗੀ, ਮੈਂ ਤੁਹਾਡੇ ਨਾਲ ਬੋਲੀ ਜਾਂਦਾ ਹਿੰਦੀ ਜਾਂ ਅੰਗਰੇਜ਼ੀ ਮੈਂ ਬੋਲ ਰਿਹਾ, ਸਾਡੇ ਘਰਾਂ 'ਚ ਨਹੀਂ ਬੋਲੀ ਜਾਂਦੀ। ਜਦੋਂ ਕਿ ਅਸੀਂ ਇੱਥੇ ਇਹ ਕਲਪਨਾ ਕਰਦੇ ਹਾਂ ਵੀ ਉਹ ਤਾਂ ਅੰਗਰੇਜ਼ ਹੀ ਅਤੇ ਅੰਗਰੇਜ਼ੀ ਬੋਲਦੇ ਆ। ਉਸ ਤੋਂ ਬਾਅਦ ਉਹ ਆਪਦੀ ਉੱਥੇ ਵੀ ਲਾਇਬ੍ਰੇਰੀ ਸੀ, ਉਹਦੀ ਮਾਤਾ ਦੀ ਅੱਡ ਲਾਇਬ੍ਰੇਰੀ। ਫਿਰ ਭੈਣ ਦੇ ਕਮਰੇ 'ਚ ਲੈ ਗਿਆ ਅਤੇ ਭੈਣ ਦੀ ਬਹੁਤ ਵੱਡੀ ਲਾਇਬ੍ਰੇਰੀ। ਫਿਰ ਆਪਦੇ ਕਮਰੇ 'ਚ ਲੈ ਲਿਆ, ਉਹਦੀ ਅੱਡ ਲਾਇਬ੍ਰੇਰੀ। ਹੁਣ 4-5 ਕਮਰੇ, ਸਾਰੀਆਂ ਲਾਇਬ੍ਰੇਰੀਆਂ ਹੀ ਘਰੇ। ਕਹਿੰਦਾ ਜਵਾਬ ਮਿਲ ਗਿਆ। ਅਸੀਂ ਆਖਿਆ ਨਹੀਂ ਜਵਾਬ ਸਾਨੂੰ ਸਪਸ਼ਟ ਦੇ। ਕਹਿੰਦਾ ਜਦੋਂ ਤੱਕ ਪੰਜਾਬ ਦੇ ਵਿੱਚ ਮਾਵਾਂ ਦੀਆਂ, ਧੀਆਂ ਦੀਆਂ, ਭੈਣਾਂ ਦੀਆਂ ਲਾਇਬ੍ਰੇਰੀਆਂ ਹੈ ਨਹੀਂ ਉਦੋਂ ਤੱਕ ਪੰਜਾਬ ਨਹੀਂ ਪੜ੍ਹ ਸਕਦਾ। ਅਸੀਂ ਕੱਚੇ ਜਿਹੇ ਹੋ ਗਏ ਕਿਉਂਕਿ ਸਾਡੇ ਸਾਰਿਆਂ ਦੇ ਘਰਾਂ ਦੀਆਂ ਪੜ੍ਹੀਆਂ ਲਿਖੀਆਂ ਸੀ, ਸਾਰੇ ਪਰਿਵਾਰ ਪੜ੍ਹੇ ਲਿਖੇ ਸੀ, ਪਰ ਲਾਇਬ੍ਰੇਰੀ ਆਪਦੀ ਹੋਵੇ ਤਾਂ ਹੋਵੇ। ਅਤੇ ਔਰਤ ਨੂੰ ਜਾਂ ਘਰ ਦੀਆਂ ਨੂੰ ਤਾਂ ਉੱਥੇ ਵੜਨ ਦੀ ਮਨਾਹੀ ਸੀ। ਜੇ ਕਿਤੇ ਕਿਤਾਬ ਚੱਕ ਲਈ ਕੋਈ ਤੂੰ ਰੋਟੀਆਂ ਥੱਪ ਚਾਰ ਕਿੱਥੇ ਕਿਤਾਬ ਚੱਕੀ ਆ, ਮਾਰੀ ਜਾਂਦੀ ਟੱਕਰਾਂ। ਇਹ ਜਿਹੀਆਂ ਗੱਲਾਂ ਸਾਡੇ ਆਮ ਸੁਣਨ 'ਚ ਆਉਂਦੀਆਂ ਹੀ ਆ। ਅਸੀਂ ਕੱਚੇ ਜਿਹੇ ਹੋ ਕੇ ਉੱਥੇ ਮੁੜ ਪਏ। ਮੈਨੂੰ ਕਹਿੰਦਾ ਵੀ ਤੁਹਾਡਾ ਜਿਹੜਾ ਸ਼ਹਿਰ ਹੈ ਕਿੱਡਾ ਕੁ ਹੈ? ਅਸੀਂ ਆਖਿਆ ਹੈਗੀ 3 ਲੱਖ ਦੀ ਆਬਾਦੀ। ਕਹਿੰਦਾ ਵੀ ਉੱਥੇ ਕਿੰਨੀਆਂ ਕੁ ਕਿਤਾਬਾਂ ਦੀਆਂ ਦੁਕਾਨਾਂ, ਸਾਹਿਤਕ ਕਿਤਾਬਾਂ ਦੀਆਂ, ਪੰਜਾਬੀ ਦੀਆਂ ਦੁਕਾਨਾਂ? ਅਸੀਂ ਉਹ ਇਕੱਲੀ ਸਾਹਿਤਕ ਕਿਤਾਬਾਂ ਦੀ ਤਾਂ ਕੋਈ ਦੁਕਾਨ ਨਹੀਂ। ਕਹਿੰਦਾ ਫਿਰ ਤੁਸੀਂ ਭਾਲਦੇ ਆ ਵੀ ਤੁਸੀਂ ਸਾਖਰ ਹੋ ਜਾਓਗੇ ਸਾਡੇ? ਕਹਿੰਦਾ ਆਹ ਥਿਰੂਵਨੰਤਪੁਰਮ ਕਹਿੰਦੇ ਉਹਨੂੰ, ਤ੍ਰਿਵੇਂਦਰਮ ਨੂੰ। ਕਹਿੰਦੇ ਇੱਥੇ ਘੱਟ ਤੋਂ ਘੱਟ 100 ਕਿਤਾਬਾਂ ਦੀ ਦੁਕਾਨ ਹੈ ਜਿਹੜੀ ਇਕੱਲੀਆਂ ਸਾਹਿਤਕ ਕਿਤਾਬਾਂ ਦੀ ਹੈ, ਅਤੇ ਇੱਥੇ ਹਰ ਇੱਕ ਬੰਦੇ ਦੇ ਹੱਥ ਨੂੰ ਕਿਤਾਬ ਮਿਲੂਗੀ। ਕਿਤਾਬ ਤੋਂ ਬਿਨਾਂ ਦਾ ਹੀ ਬੱਸ ਸਫ਼ਰ ਨਹੀਂ ਕਰਦੇ। ਅਤੇ ਤੁਸੀਂ ਤਾਂ ਕਹਿੰਦਾ ਇੱਥੇ ਆਏ ਮੈਨੂੰ ਨਾਲ ਤੁਹਾਡੇ ਕੋਲ ਕੋਈ ਕਿਤਾਬ ਨਹੀਂ ਹੋਣੀ। ਅਤੇ ਅਸੀਂ ਕੱਚੇ ਜਿਹੇ ਹੋ ਗਏ ਕਿਉਂਕਿ ਸਾਡੇ ਕੋਲ ਕੋਈ ਕਿਤਾਬ ਹੈ ਹੀ ਨਹੀਂ ਸੀ। ਇਸ ਗੱਲ ਨੇ ਮੇਰੇ ਅੰਦਰ ਇੱਕ ਕਿਸਮ ਦੀ ਨਾ ਠੋਕਰ ਜੀ ਮਾਰੀ ਮੈਨੂੰ ਕਿ ਭਲਿਆ ਮਾਨਸਾ ਤੂੰ ਖੋਜੀ ਬਣਿਆ ਫਿਰਦਾ ਅਤੇ ਕਿਤਾਬਾਂ ਵਾਲਾ ਕੰਮ ਇਹ ਕਿਹਨੇ ਕਰਨਾ? ਮੈਨੂੰ ਹੁਣ ਲੋਕ ਕਹਿ ਵੀ ਦਿੰਦੇ ਆ ਵੀ ਆਹ ਇੱਥੇ ਯਾਰ ਤੈਨੂੰ 35-40 ਹਜ਼ਾਰ ਰੁਪਈਆ ਕਿਰਾਇਆ ਆ ਜੇ, ਤੂੰ ਪੰਗੇ ਕਿਉਂ ਲਈ ਜਾਂਦਾ? ਇਹ ਪੰਗੇ ਅਸਲ ਵਿੱਚ ਉੱਥੋਂ ਜਿਹੜੀ ਉਹ ਅਣਖ ਜਾਗੀ ਉਸ ਨੇ ਪਾਏ। ਦੂਜੀ ਗੱਲ, ਘਰ ਤੋਂ ਇੱਕ ਲੱਗਣ ਲੱਗੀ ਸੀ। ਭਾਈ ਸਾਹਿਬ ਸਾਰੀ ਉਮਰ ਕਿਤਾਬਾਂ ਇਕੱਠੀਆਂ ਕਰਦੇ ਰਹੇ, ਪਰ ਆਹ ਗੱਲ ਨਾ ਕਰ ਸਕੇ ਕਿ ਲੋਕਾਂ ਵਾਸਤੇ ਅਸੀਂ ਇੱਕ ਲਾਇਬ੍ਰੇਰੀ ਜਾਂ ਲੋਕਾਂ ਵਾਸਤੇ ਇੱਕ ਕਿਤਾਬਾਂ ਜਿੱਥੋਂ ਪੜ੍ਹ ਸਕਣ, ਉਹ ਜੋ ਖਰੀਦ ਹੀ ਸਕਣ, ਚੱਲ ਇਹੋ ਜਿਹਾ ਕੁਛ ਨਹੀਂ ਕਰ ਸਕੇ। ਪਰ ਇਸ ਗੱਲ ਨੇ ਭਾਈ ਸਾਹਿਬ ਨੇ ਮੈਨੂੰ ਇੱਕ ਹੀ ਕਿਹਾ ਸੀ ਵੀ ਜੇ ਤੈਨੂੰ ਕਿਤੇ ਮੇਨ ਰੋਡ 'ਤੇ ਕਿਤੇ ਥਾਂ ਮਿਲ ਗਿਆ, ਔਖਾ ਹੋ ਕੇ ਕਰਜ਼ਾ ਲੈ ਕੇ ਕਿਵੇਂ ਲੈ ਲਈ, ਅਤੇ ਕਿਤਾਬਾਂ ਦਾ ਕੰਮ ਕਰੀ ਉੱਥੇ। ਅਤੇ ਮੈਂ ਕਿਤਾਬਾਂ ਵਾਲੇ ਪਾਸੇ ਆ ਗਿਆ। ਅਤੇ ਉਦੋਂ ਬਾਅਦ ਲਿਖਣ ਪੜ੍ਹਨ ਤਾਂ ਨਾਲ ਚੱਲਦਾ ਹੀ ਸੀ, ਪਰ ਇੱਥੇ ਬੈਠ ਕੇ ਸ਼ਾਂਤੀ ਆਉਂਦੀ ਹੈ ਕਿਉਂਕਿ ਮੇਰੇ ਦੋਸਤ ਆ ਜਿਹੜੀਆਂ ਕਿਤਾਬਾਂ, ਅਤੇ ਕਿਤਾਬਾਂ ਦੇ ਨਾਲ ਮੈਂ ਰਚ ਮਿਚ ਜਾਂਦਾ। ਕੋਈ ਕਿਤਾਬ ਚੱਕਦਾ ਪੜ੍ਹ ਲੈਂਦਾ, ਅਤੇ ਨਾਲ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਕੋਲ ਇੱਥੇ ਧੀਆਂ ਭੈਣਾਂ ਸਾਰੀਆਂ ਘੱਟੋ ਘੱਟ ਵੀ 50-60 ਤਾਂ ਇਹੋ ਜਿਹੀਆਂ ਹੈਗੀਆਂ ਨੇ ਜਿਹੜੀਆਂ ਕਿਤਾਬਾਂ ਲੈ ਕੇ ਜਾਂਦੀਆਂ। ਅਤੇ ਇਸ ਗੱਲ ਦੀ ਮੈਨੂੰ ਖੁਸ਼ੀ ਵੀ ਹੁੰਦੀ ਹੈ ਵੀ ਚਲੋ ਸੇਰ 'ਚੋਂ ਇੱਕ ਅੱਧੀ ਪੂਣੀ ਕੱਤੀ ਗਈ, ਇੰਨਾ ਬਹੁਤ ਹੈ। ਪਰ ਜਿਹਦੇ ਘਰੇ ਕਿਤਾਬਾਂ ਗਈਆਂ ਫਿਰ ਅੱਗੇ ਗਾਂਹ ਉਹਦੇ ਬੱਚਿਆਂ ਨੂੰ ਵੀ ਲੈ ਕੇ ਆਉਂਦੀਆਂ ਕਿ ਇੱਥੋਂ ਕਿਤਾਬ ਲੈ ਲਓ ਤੁਸੀਂ। ਉਹ ਕਿਤਾਬਾਂ ਜਦੋਂ ਬੱਚੇ ਵੇਖਣ, ਪੜ੍ਹਨ, ਚੱਕਣ, ਉਹਨਾਂ ਵਾਸਤੇ ਮੈਂ ਪਾਬੰਦੀ ਵੀ ਨਹੀਂ ਲਾਉਂਦਾ। ਉਹ ਲੈ ਜਾਂਦੇ ਹੈ, ਪੜ੍ਹ ਲੈਂਦੇ ਹੈ,
ਉਹਨਾਂ ਨੂੰ ਵੇਖ ਵੇਖ ਕੇ ਹੀ ਚਲੋ ਖੁਸ਼ ਹੋ ਜਾਂਦੇ ਆ। ਅਤੇ ਕਈ ਲੋਕ ਇਹੋ ਜਿਹੇ ਵੀ ਹੈ ਜਿਹੜੇ ਕਹਿੰਦੇ ਯਾਰ ਕਾਹਨੂੰ ਐਵੇਂ ਟੱਕਰਾਂ ਮਾਰੀ ਜਾਂਦਾ, ਇੱਥੇ ਕੋਈ ਆਉਂਦਾ ਤਾਂ ਹੈ ਨਹੀਂ ਤੇਰੇ ਕੋਲ, ਕਿਤਾਬਾਂ ਦਾ ਕੋਈ ਪੜ੍ਹਦਾ ਨਹੀਂ ਗਾ ਅੱਜ ਕੱਲ੍ਹ। ਪਰ ਮੈਨੂੰ ਪਤਾ ਹੈ ਬਈ ਕੋਈ ਹਰਿਆ ਬੂਟ ਰਹੀ ਹੋ ਰਹੀ, ਕੋਈ ਨਾ ਕੋਈ ਤਾਂ ਹੁੰਦਾ ਹੀ ਹੈ ਜਿਹੜਾ ਕਿਤਾਬਾਂ ਦੇ ਲਗਨ ਨਾਲ ਆ ਜਾਂਦਾ ਹੈ। ਤੁਸੀਂ ਆਏ ਹੈ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਵੀ ਕਿਤਾਬਾਂ ਨਾਲ ਤੁਹਾਡਾ ਮੋਹ ਸੀ, ਪਿਆਰ ਸੀ, ਅਤੇ ਤੁਸੀਂ ਤਾਂ ਇੱਥੇ ਆਏ ਹੈ। ਅਤੇ ਨਹੀਂ ਤੁਸੀਂ ਕਹਿੰਦੇ ਕਿ ਤੁਸੀਂ ਘਰੇ ਆ ਜਾਓ ਜੀ, ਆਪਾਂ ਉੱਥੇ ਤੁਹਾਡੀ ਇੰਟਰਵਿਊ ਕਰ ਲਾਂਗੇ, ਕਿਤਾਬਾਂ 'ਚ ਆਉਣ ਦੀ ਫਿਰ ਕੋਈ ਵਾਲੀ ਲੋੜ ਨਹੀਂ ਪੈਣੀ ਸੀ। ਸਰ ਜਿਵੇਂ ਅਸੀਂ ਨਿਗਾਹ ਮਾਰ ਰਹੇ ਹਾਂ ਚਾਰੇ ਹੀ ਪਾਸੇ ਸਾਨੂੰ ਕਿਤਾਬਾਂ ਹੀ ਕਿਤਾਬਾਂ ਨਜ਼ਰ ਆ ਰਹੀਆਂ ਨੇ। ਸੋ ਇੰਨਾ ਸਮਾਂ ਤੁਸੀਂ ਮਤਲਬ ਆਪਣੀ ਸਾਰੀ ਜ਼ਿੰਦਗੀ ਲਗਭਗ ਕਿਤਾਬਾਂ ਦੇ ਵਿੱਚ ਹੀ ਗੁਜ਼ਾਰੀ ਹੈ। ਸੋ ਇਹਨਾਂ ਕਿਤਾਬਾਂ ਨੂੰ ਪੜ੍ਹਦਿਆਂ ਮਤਲਬ ਤੁਸੀਂ ਵੀ ਕੋਈ ਯੋਗਦਾਨ ਦਿੱਤਾ ਹੈ ਸਾਹਿਤ ਦੇ ਖੇਤਰ ਦੇ ਵਿੱਚ, ਮਤਲਬ ਤੁਸੀਂ ਵੀ ਆਪਣੀਆਂ ਕੁਝ ਕਿਤਾਬਾਂ ਲਿਖੀਆਂ, ਕਿਉਂਕਿ ਬਹੁਤ ਸਾਰੇ ਕਾਲਮ ਹੈ ਜਿਹੜੇ ਤੁਹਾਡੇ ਅਖਬਾਰਾਂ ਦੇ ਵਿੱਚ ਲਗਾਤਾਰ ਛਪਦੇ ਰਹੇ ਔਰ ਹੁਣ ਵੀ ਛਪ ਰਹੇ, ਔਰ ਹੁਣ ਵੀ ਤੁਸੀਂ ਜੋ ਨਵੀਆਂ ਖੋਜਾਂ ਜਿਨ੍ਹਾਂ ਬਾਰੇ ਆਪਾਂ ਗੱਲ ਕਰ ਲਈ ਉਹ ਕਰਦੇ ਰਹਿੰਦੇ ਹੋ, ਨਵੇਂ ਲੋਕਾਂ ਨੂੰ ਲੱਭ ਕੇ ਉਹਨਾਂ ਨੂੰ ਇੰਟਰਵਿਊਜ਼ ਕਰਦੇ ਰਹਿੰਦੇ ਹੋ, ਔਰ ਬਹੁਤ ਸਾਰਾ ਇਤਿਹਾਸ ਹੈ ਜਿਹੜਾ ਸਾਡੇ ਇਸ ਇਲਾਕੇ ਦਾ ਉਹ ਤੁਸੀਂ ਆਲ ਇੰਡੀਆ ਰੇਡੀਓ ਦੇ ਜ਼ਰੀਏ ਜਾਂ ਹੋਰ ਕਈ ਸਾਰੇ ਮਾਧਿਅਮ ਦੇ ਜ਼ਰੀਏ ਸਾਡੇ ਤੱਕ ਪਹੁੰਚਾਉਂਦੇ ਰਹਿੰਦੇ ਹੋ। ਅਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਵੀ ਜਦੋਂ ਵੀ ਗੱਲ ਚੱਲਦੀ ਆ ਅੱਜ ਦੇ ਨੌਜਵਾਨ ਦੀ ਅਤੇ ਕਿਤਾਬਾਂ ਦੀ, ਤਾਂ ਅਕਸਰ ਇਹ ਜਿਹੜਾ ਇੱਕ ਉਲਾਂਭਾ ਜਿਹਾ ਰਹਿ ਜਾਂਦਾ ਵੀ ਜਿਹੜਾ ਅੱਜ ਦਾ ਨੌਜਵਾਨ ਆ ਉਹ ਕਿਤਾਬਾਂ ਤੋਂ ਕਿਤੇ ਨਾ ਕਿਤੇ ਦੂਰ ਹੁੰਦਾ ਜਾ ਰਿਹਾ। ਕਾਰਨ ਸ਼ਾਇਦ ਉਹਦਾ ਇਹ ਵੀ ਹੈ ਕਿ ਪਹਿਲਾਂ ਜਿਹੜੇ ਐਂਟਰਟੇਨਮੈਂਟ ਦੇ ਸਾਧਨ ਨੇ ਉਹ ਘੱਟ ਹੁੰਦੇ ਸੀ ਅਤੇ ਹੁਣ ਬਹੁਤ ਜ਼ਿਆਦਾ ਹੋ ਗਏ ਨੇਗੇ। ਸੋ ਇਸ ਬਾਰੇ ਵੀ ਤੁਸੀਂ ਕੀ ਕਹਿਣਾ ਚਾਹੋਗੇ, ਉਹ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਜੀ। ਜਿੱਥੋਂ ਤੱਕ ਤਾਂ ਬੇਟਾ ਕਿਤਾਬਾਂ ਲਿਖਣ ਦਾ ਅਤੇ ਛਪਾਉਣ ਦਾ, ਮੇਰੀਆਂ ਹੁਣ ਤੱਕ 12 ਕਿਤਾਬਾਂ ਛਪੀਆਂ। ਕੁਛ ਹੈ ਜਿਹੜੇ ਉਹਨਾਂ ਦੇ 2-2 3-3 ਐਡੀਸ਼ਨ ਹੈ ਜਿਹੜੇ ਛਪ ਚੁੱਕੇ ਹੈ, ਜਿਨ੍ਹਾਂ ਦੇ ਵਿੱਚ ਖੁੰਡ ਚਰਚਾ ਦੇ ਕਈ ਐਡੀਸ਼ਨ ਛਪੇ ਹੈ। ਇਸ ਤਰ੍ਹਾਂ ਗੱਭਰੂ ਪੁੱਤ ਪੰਜਾਬ ਦੇ ਉਹਦੇ ਕਈ ਐਡੀਸ਼ਨ ਛਪੇ ਹੈ। ਇਸ ਤਰ੍ਹਾਂ ਹੀ ਇੱਕ ਮੇਰੀ ਹੋਰ ਕਿਤਾਬ ਹੈ ਬੋਲ ਜਮੂਰੇ ਬੋਲ, ਉਹਦਾ ਵੀ ਦੂਜਾ ਐਡੀਸ਼ਨ ਛਪ ਚੁੱਕਾ ਹੈ। ਇਸ ਤਰ੍ਹਾਂ ਲੱਖੀ ਜੰਗਲ ਦਾ ਵਿਰਸਾ ਜਿਹੜਾ ਉਹਦਾ ਵੀ ਦੂਜਾ ਐਡੀਸ਼ਨ ਛਪ ਚੁੱਕਾ ਹੈ। ਇਹ ਸਾਰੀਆਂ ਜਿਹੜੀਆਂ ਕਿਤਾਬਾਂ ਹੈ ਇਹ ਅਸਲ ਵਿੱਚ ਇੰਨੀ ਸੌਖੀ ਢੰਗ ਨਾਲ ਲਿਖੀਆਂ ਹੋਈਆਂ ਜਾਂ ਇਹ ਲੋਕਾਂ ਦੇ ਸਮਝ ਆਉਣ ਦੇ ਖੇਤਰ ਤੱਕ ਹੀ ਹੈ। ਇਹ ਵਿਦਵਾਨਾਂ ਵਾਲੀਆਂ ਜਾਂ ਇਹ ਕਹੀਏ ਨਾ ਵੀ ਇਹਨਾਂ 'ਚ ਘੁੰਤਰਾਂ ਜਿਹੀਆਂ ਕੱਢਣੀਆਂ ਹੁਣ ਜਿੰਨੀਆਂ ਮਰਜ਼ੀ ਕੱਢ ਲਓ, ਪਰ ਆਮ ਲੋਕਾਂ ਦੇ ਸਮਝ ਆਉਂਦੀਆਂ ਅਤੇ ਉਹਨਾਂ ਦੇ ਮਸਲੇ ਹੈ, ਸਧਾਰਨ ਲੋਕਾਂ ਦੇ ਜਿਹੜੇ ਮਸਲੇ ਹੈ ਮੈਂ ਉਹ ਇਹਨਾਂ ਦੇ ਵਿੱਚ ਮੁੱਖ ਲਿਆਂਦੇ ਹੈ। ਅਤੇ ਮੇਰੀ ਲਿਖਤ ਦੇ ਵਿੱਚ ਵੀ ਮੈਂ ਸਧਾਰਨ ਲੋਕਾਂ ਦੇ ਪੱਧਰ ਦੇ ਹੀ ਰਿਹਾ, ਉਹਨਾਂ ਵਾਸਤੇ ਹੀ ਮੈਂ ਲਿਖਿਆ। ਮੈਂ ਕਦੇ ਇਹ ਨਹੀਂ ਸੋਚ ਕੇ ਲਿਖਿਆ ਕਿ ਮੈਨੂੰ ਆਹ ਸਾਹਿਤ ਅਕੈਡਮੀ ਅਵਾਰਡ ਮਿਲੂਗਾ ਜਾਂ ਮੈਨੂੰ ਉਹ ਨਾਮ ਮਿਲੂਗਾ ਜਾਂ ਮੈਨੂੰ ਭਾਸ਼ਾ ਵਿਭਾਗ ਨਾਮ ਦੇਊ। ਇਨਾਮਾਂ ਪਿੱਛੇ ਜ਼ਿੰਦਗੀ 'ਚ ਮੈਂ ਨਹੀਂ ਦੌੜਿਆ, ਪਰ ਜਿਹੜਾ ਲੋਕਾਂ ਨੇ ਮੈਨੂੰ ਇਨਾਮ ਦਿੱਤਾ ਉਹਨੇ ਨਜ਼ਾਰੇ ਹੀ ਦਿੱਤੇ ਹੈ। ਗਾਲਾਂ ਵੀ ਮਿਲ ਗਈਆਂ ਅਤੇ ਰੱਜ ਕੇ ਮਿਲ ਗਈਆਂ, ਪਿਆਰ ਵੀ ਮਿਲਿਆ ਅਤੇ ਇੰਨਾ ਮਿਲਿਆ ਜਿਹਦੇ ਮੈਂ ਕਾਬਲ ਨਹੀਂ ਸੀ। ਦੂਜੀ ਗੱਲ ਤੁਸੀਂ ਕਹਿੰਦਾ ਨੌਜਵਾਨ ਨਾਲ ਹੀ ਦੇਖੋ ਬੇਟੇ, ਆਹ ਸਾਰਾ ਕੁਛ ਕਿਉਂ ਰੱਖਿਆ ਆਪਾਂ ਕਿਤਾਬਾਂ, ਇਹ ਨੌਜਵਾਨਾਂ ਵਾਸਤੇ ਹੀ ਰੱਖਿਆ। ਕਿਉਂਕਿ ਮਸਲਾ ਇਹ ਨਹੀਂ ਕਿ ਲੋਕ ਨਹੀਂ ਪੜ੍ਹਨਾ ਚਾਹੁੰਦੇ ਜਾਂ ਨੌਜਵਾਨ ਪੜ੍ਹਨਾ ਨਹੀਂ ਚਾਹੁੰਦਾ। ਕਿਤਾਬ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਹੋ ਚੁੱਕੀ ਹੈ ਅਤੇ ਅੱਜ ਲੋੜ ਹੈ ਕਿ ਕਿਤਾਬ ਲੋਕਾਂ ਤੱਕ ਜਾਵੇ, ਲੋਕ ਕਿਤਾਬ ਕੋਲ ਆਉਣ। ਇਹ ਆਸ ਕਦੇ ਰੱਖੀ ਨਹੀਂ ਸੀ, ਨਾ ਪੁਰਾਣੇ ਸਮੇਂ 'ਚ ਸੀ। ਅੱਗੇ ਵੀ ਵੱਧ ਤੋਂ ਵੱਧ ਕੀ ਲੋਕ ਕਰਦੇ ਸੀ ਕਿ ਪੰਜਾਬ ਬੁੱਕ ਸੈਂਟਰ ਵਾਲਿਆਂ ਦੀਆਂ ਸਸਤੀਆਂ ਜਿਹੀਆਂ ਕਿਤਾਬਾਂ ਉਹ ਲੈਣ ਜਾਂਦੇ ਸੀ। ਪਰ ਜੇ ਆਪਾਂ ਕਹੀਏ ਕਿ ਬਹੁਤ ਵੱਡੀਆਂ ਔਖੀਆਂ ਕਿਤਾਬਾਂ ਜਾਂ ਵੱਡੇ ਗ੍ਰੰਥ ਜਾਂ ਉਹ ਲੈਣ ਕੋਈ ਨਹੀਂ ਜਾਂਦਾ ਸੀ, ਉਦੋਂ ਵੀ ਨਹੀਂ ਜਾਂਦੇ ਸੀ, ਹੁਣ ਵੀ ਨਹੀਂ ਜਾਂਦੇ। ਪਰ ਜਦੋਂ ਕਿਤਾਬ ਲੋਕਾਂ ਤੱਕ ਪਹੁੰਚਦੀ ਹੈ ਤਾਂ ਬੜੀਆਂ ਹੈਰਾਨੀ ਵਾਲੀਆਂ ਗੱਲਾਂ, ਗੱਲ ਲੰਮੀ ਨਾ ਹੋ ਜੇ, ਮੈਂ ਤੁਹਾਨੂੰ ਦੱਸਦਾ ਵੀ ਅਸੀਂ ਇੱਥੇ ਇੱਕ ਰਾਹਪੁਰ ਮਾਖਾ ਪਿੰਡ ਰਾਹਪੁਰ ਹੈ ਨਾਲ ਮਾਖਾ ਨੇੜੇ, ਉੱਥੇ ਨਾ ਅਸੀਂ ਇੱਕ ਵਾਰੀ ਪ੍ਰਦਰਸ਼ਨੀ ਲਾਈ ਅਤੇ ਉਹ ਪ੍ਰਦਰਸ਼ਨੀ ਦੇ ਵਿੱਚ ਜਦੋਂ ਅਸੀਂ ਪ੍ਰਦਰਸ਼ਨੀ ਸਮੇਟੀ ਵੀ ਹੁਣ ਅਸੀਂ ਚੱਲਦੇ ਹਾਂ ਘਰ ਨੂੰ, ਕਿਤਾਬਾਂ ਬੰਨਣੀਆਂ ਸ਼ੁਰੂ ਕੀਤੀਆਂ ਅਤੇ ਇੱਕ ਛੋਟੀ ਜਿਹੀ ਬੱਚੀ ਕਿਸੇ ਗਰੀਬ ਜਿਹੇ ਘਰ ਦੀ, ਕਿਉਂਕਿ ਕੱਪੜਿਆਂ ਤੋਂ ਗਰੀਬ ਲੱਗ ਰਹੀ ਸੀ, ਅਤੇ ਉਹ ਆਵੇ ਅਤੇ ਐਂ ਗੇੜੇ ਲਾਮੀ ਕੱਢੀ ਜਾਵੇ। ਮੈਨੂੰ ਮਹਿਸੂਸ ਹੋਇਆ, ਮੈਂ ਕਿਹਾ ਬੱਚੀ ਨੂੰ ਨਾ ਕਿਤਾਬ ਦੀ ਲੋੜ ਹੈ ਅਤੇ ਹੋ ਸਕਦਾ ਪੈਸੇ ਨਾ ਹੋਣ। ਮੈਂ ਕਿਹਾ ਲੈ ਲਾ ਬੇਟੇ, ਜਿਹੜੀ ਕਿਤਾਬ ਲੈਣੀ ਹੈ ਅਤੇ ਪੈਸੇ ਨਾ ਦੇ ਰਹਿਣ ਦੇ, ਪੈਸਿਆਂ ਦੀ ਨਹੀਂ ਕੋਈ ਲੋੜ। ਕਹਿੰਦੀ ਕਿਉਂ ਜੀ, ਪੈਸੇ ਕਿਉਂ ਨਾ ਦੇਵਾਂ? ਪਰ ਨਹੀਂ ਬੇਟੇ ਕੋਈ ਗੱਲ ਨਹੀਂ, ਫੇਰ ਕੀ ਹੋ ਗਿਆ, ਤੂੰ ਕਿਤਾਬ ਪੜ੍ਹਨ ਵਾਸਤੇ ਲੈਣੀ ਹੈ। ਕਰਦੀ ਮੈਂ ਤੁਹਾਡੇ ਨਾਲ ਕੰਮ ਕਰਾ ਦਿਆਂ ਜੀ। ਮੈਂ ਕਰਾ ਦੇ ਪੁੱਤ। ਕਿਤਾਬਾਂ ਅਸੀਂ ਇਕੱਠੀਆਂ ਕਰਨੀਆਂ, ਨਾਲ ਵਿਚਾਰੀ ਉਹ ਇਕੱਠੀਆਂ ਕਰ ਦਿੰਦੀ, ਅਸੀਂ ਚਲੋ ਬੰਨੀ ਜਾਂਦੇ ਸੀ। ਇਹ ਸਿਮਰਨ ਮੇਰੇ ਨਾਲ ਹੀ ਹੁੰਦਾ ਸੀ ਜਾਂ ਵੱਡਾ ਸੋਨਦੀਪ ਹੁੰਦਾ ਸੀ, ਇਹ ਦੋਨੇ ਇਸੇ ਕੰਮ 'ਤੇ ਮੇਰੇ ਨਾਲ ਹੀ ਹੁੰਦੇ ਸੀ। ਅਤੇ ਉਹਨੇ ਜੀ ਕਰਦਿਆਂ ਕਿਤਾਬਾਂ ਬਣਾਈਆਂ ਅਤੇ ਮੈਂ ਆਖਿਆ ਇੱਕ ਕਿਤਾਬ ਮੈਨੂੰ ਬੜਾ ਰੀਝ ਲਾ ਕੇ ਵੇਖ ਰਹੀ ਸੀ ਉਹ। ਮੈਂ ਆਖਿਆ ਬੇਟੇ ਕਿਤਾਬ ਲੈਣੀ ਹੈ? ਕਹਿੰਦੀ ਹਾਂਜੀ ਲੈਣੀ ਹੈ, ਪਰ ਇਹ ਤਾਂ ਬਾਹਲੀ ਮਹਿੰਗੀ ਹੈ। ਮੈਂ ਕਿੰਨੇ ਦੀ ਹੈ ਬੇਟੇ? ਇਹ ਤਾਂ 40 ਦੀ ਹੈ ਜੀ। ਮੈਂ ਚੱਲ ਕੋਈ ਨਹੀਂ ਲੈ ਲਾ ਤੂੰ। ਕਹਿੰਦੀ ਜੀ ਮੇਰੇ ਕੋਲ ਤਾਂ 10 ਰੁਪਈਏ ਹੀ ਹੈ। ਮੈਂ ਤੂੰ ਰਹਿਣ ਦੇ ਪੁੱਤ 10 ਰੁਪਏ। ਕਹਿੰਦੀ ਕਿਉਂ ਜੀ? ਇਹਨਾਂ 10 ਰੁਪਈਆਂ ਪਿੱਛੇ ਤਾਂ ਮੈਂ ਘਰੋਂ ਗਾਲਾਂ ਲਈਆਂ। ਮੈਂ ਕਿਹਾ ਵੀ ਗਾਲਾਂ ਵਾਲੀ ਕਿਹੜੀ ਗੱਲ ਹੋਈ? ਕਹਿੰਦੀ ਜੀ ਸਾਡੇ ਘਰ ਨਾ 10 ਰੁਪਈਏ ਸੀ ਅਤੇ ਮੇਰੀ ਮਾਂ ਨੇ ਲੁਕੋ ਕੇ ਰੱਖੇ ਸੀ ਅਤੇ ਮੈਂ ਜੀ ਵੇਖ ਲਏ
ਤੇ ਮੈਂ ਚੱਕ ਕੇ, ਮੈਨੂੰ ਪਤਾ ਸੀ ਵੀ ਕਿਤਾਬਾਂ ਵਾਲਿਆਂ ਨੇ ਆਉਣਾ, ਤੇ ਮੈਂ ਚੱਕ ਕੇ ਨਾ ਭੱਜ ਪਈ। ਮੇਰੀ ਮਾਂ ਮਗਰ ਗਾਲਾਂ ਕੱਢਦੀ ਆਵੇ, ਨਾਲੇ ਕਹਿੰਦੀ ਨਹੀਂ ਉਤਰੀਏ, ਇਹ ਤਾਂ ਆਪਾਂ ਪੂਰਾ ਖੰਡ ਲਿਆਉਣੀ ਸੀਗੀ, ਚਾਹ ਬਣਾਉਣ ਨੂੰ ਖੰਡ ਵੀ ਹੈ ਨਹੀਂ ਘਰੇ, ਤੂੰ ਕਿੱਧਰ ਲੈ ਕੇ ਭੱਜ ਗਈ। ਫਿਰ ਮੈਂ ਬਾਹਲੀ ਜ਼ੋਰ ਦੀ ਕਹਿੰਦੀ ਭੱਜੀ, ਮੈਂ ਡਾਹ ਨਹੀਂ ਦਿੱਤੀ ਅਤੇ ਮੈਂ ਲੈ ਕੇ ਆਈ ਹਾਂ, ਅਤੇ ਇਹ ਤੁਸੀਂ ਜ਼ਰੂਰ ਲੈ ਲਓ। ਅਜਿਹੇ ਬੱਚੇ ਮੈਨੂੰ ਹਰੇਕ ਪ੍ਰਦਰਸ਼ਨੀ ਦੇ ਵਿੱਚ ਹੀ 1 ਅੱਧਾ 2 4 ਮਿਲ ਜਾਂਦੇ ਰਹੇ। ਅਤੇ ਕਿਤਾਬਾਂ ਇਹ ਨਹੀਂ ਕਿ ਮੈਂ ਕਿਸੇ ਥਾਂ 'ਤੇ ਵੀ ਨਿਰਾਸ਼ ਆਇਆ ਹੋਵਾਂ। ਜੇ ਕਿਸੇ ਵੀ ਥਾਂ 'ਤੇ ਮੈਂ ਗਿਆ, ਈਵਨ ਸਕੂਲਾਂ 'ਚ ਵੀ ਗਿਆ, ਤਾਂ ਉੱਥੇ ਵੀ ਮੇਰੀਆਂ ਕਿਤਾਬਾਂ ਖਰੀਦਣ ਵਾਸਤੇ ਕੋਈ ਨਾ ਕੋਈ ਬੱਚੇ ਆ ਹੀ ਜਾਂਦੇ ਆ। ਹਾਂ, ਮੈਨੂੰ ਇੱਕ ਗੱਲ ਦਾ ਦੁੱਖ ਰਿਹਾ ਥੋੜ੍ਹਾ ਜਿਹਾ, ਕਿ ਸ਼ੁਰੂ ਦੇ ਵਿੱਚ ਸਾਡੇ ਅਧਿਆਪਕ ਜਾਂ ਖਾਸ ਕਰਕੇ ਸਾਡੀਆਂ ਅਧਿਆਪਕ ਬੀਬੀਆਂ, ਉਹਨਾਂ ਦੀ ਦਿਲਚਸਪੀ ਬਹੁਤ ਘੱਟ ਹੁੰਦੀ ਸੀ। ਪਰ ਹੁਣ ਅੱਜ ਦੇ ਯੁੱਗ 'ਚ, ਕਿਉਂਕਿ ਇਹ ਮੇਰਾ ਤਾਂ 18-20 ਸਾਲ ਪੁਰਾਣਾ ਕੰਮ ਸ਼ੁਰੂ ਹੋਇਆ ਵਾ, ਅਤੇ ਅੱਜ ਦੇ ਯੁੱਗ 'ਚ ਬਹੁਤ ਸਾਰੀਆਂ ਬੱਚੀਆਂ ਇਹ ਜਿਹੀਆਂ ਆਉਂਦੀਆਂ ਜਿਹੜੀਆਂ ਅਧਿਆਪਕ ਹੈ, ਅਤੇ ਉਹ ਵੀ ਕਿਤਾਬਾਂ 'ਚ ਦਿਲਚਸਪੀ ਰੱਖਦੀਆਂ। ਹਾਂ, ਪੜ੍ਹਨ ਭਾਵੇਂ ਉਹ ਕਪੂਰ ਸਾਹਿਬ ਨੂੰ, ਭਾਵੇਂ ਜਸਵੰਤ ਸਿੰਘ ਕੰਵਲ ਨੂੰ, ਜਾਂ ਬੀਬੀ ਟਵਾਣਾ ਹੋਣਾ ਨੂੰ, ਕਿਸੇ ਨੂੰ ਪੜ੍ਹ ਲੈਣ, ਪਰ ਉਹ ਕਿਤਾਬਾਂ 'ਚ ਦਿਲਚਸਪੀ ਰੱਖਦੀਆਂ। ਅਤੇ ਮੈਂ ਆਪਦੇ ਮਿਸ਼ਨ 'ਚ ਕਾਮਯਾਬ ਸਮਝਦਾ। ਕਿਤਾਬਾਂ ਵੱਧ ਵਿਕਣੀਆਂ, ਘੱਟ ਵਿਕਣੀਆਂ, ਪੈਸੇ ਨਾ ਵੱਟੇ ਜਾਣੇ, ਇਹ ਗੱਲਾਂ ਤਾਂ ਦੂਜੇ ਨੰਬਰ 'ਤੇ ਰਹਿ ਜਾਂਦੀਆਂ। ਗੱਲ ਸ਼ੌਕ ਦੀ ਹੈ, ਅਤੇ ਸਾਰੀ ਉਮਰ ਸ਼ੌਕ ਦੇ ਕਬੂਤਰ ਉਡਾਏ ਹੈ। ਪੈਸੇ ਪੂਸੇ ਦੀ ਐਡੀ ਕਿਹੜੀ ਗੱਲ, ਰੋਟੀਆਂ ਤਾਂ ਮਿਲ ਹੀ ਜਾਂਦੀਆਂ। ਹਾਂ, ਜਿਹੜੀ ਗੱਲ ਤੁਸੀਂ ਕਹੀ ਸੀ ਪਰਿਵਾਰ ਵਾਲੀ, ਕਿ ਪਰਿਵਾਰ, ਕਿਉਂਕਿ ਘਮੱਕੜ ਬੰਦਿਆਂ ਨੂੰ ਇਹ ਸਮੱਸਿਆ ਹੁੰਦੀ ਹੈ ਕਿ ਆਮ ਤੌਰ 'ਤੇ ਪਰਿਵਾਰ ਅੜਿੱਕਾ ਲਾ ਲੈਂਦੇ ਆ। ਪਰ ਮੈਂ ਉਹ ਕਰਮਾਂ ਵਾਲਾ ਬੰਦਾ ਹੈ ਕਿ ਨਾ ਤਾਂ ਮੈਨੂੰ ਮੇਰੇ ਮਾਪਿਆਂ ਨੇ, ਮੇਰੇ ਭਾਈ ਸਾਹਿਬ ਨੇ ਤੋਰੇ ਫੇਰੇ ਤੋਂ ਰੋਕਿਆ ਜਾਂ ਕਿਤਾਬਾਂ ਤੋਂ ਰੋਕਿਆ, ਅਤੇ ਨਾ ਹੀ ਮੇਰੀ ਸ਼੍ਰੀਮਤੀ ਨੇ ਜਾਂ ਮੇਰੇ ਬੱਚਿਆਂ ਨੇ। ਮੇਰੇ ਬੱਚਿਆਂ ਨੂੰ ਸੰਤਾਪ ਭੋਗਣਾ ਪਿਆ ਹੋਊ, ਕੋਈ ਸ਼ੱਕ ਨਹੀਂ, ਕਿਉਂਕਿ ਜਦੋਂ ਮੈਂ ਘਰੇ ਨਹੀਂ ਹੁੰਦਾ ਸੀ, ਛੋਟੇ ਬੱਚੇ ਸੀ, ਵਿਲਕਦੇ ਰਹਿੰਦੇ ਸੀ, ਪਰ ਇਹਨਾਂ ਨੇ ਸਾਥ ਦਿੱਤਾ ਮੇਰਾ। ਇੱਥੋਂ ਤੱਕ ਵੀ ਕਿ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਵੀ, ਜਦੋਂ ਕਿ ਅੱਜ ਦੇ ਬੱਚੇ ਨੂੰ ਕਹੀਏ ਤਾਂ ਉਹ ਕਹਿੰਦੇ ਲੈ ਇਹ ਵੀ ਕੋਈ ਕੰਮ ਹੈ, ਇਹ ਕਾਹਦੇ ਵਾਸਤੇ ਜਾਣਾ। ਪਰ ਇਹਨਾਂ ਬੱਚਿਆਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਪ੍ਰਦਰਸ਼ਨੀਆਂ ਅਸੀਂ ਉਦੋਂ ਹੀ ਲਾਈਆਂ ਜਦੋਂ ਇਹਨਾਂ ਦੋਵਾਂ 'ਚੋਂ ਇੱਕ ਜਣਾ ਮੇਰੇ ਜ਼ਰੂਰ ਨਾਲ ਹੁੰਦਾ, ਅਤੇ ਇਸ ਗੱਲ 'ਚੋਂ ਇਹਨਾਂ ਨੂੰ ਕਿਤਾਬਾਂ ਬਾਰੇ ਜਿਹੜੀ ਜਾਣਕਾਰੀ ਮਿਲੀ, ਉਹ ਹੋ ਸਕਦਾ ਮੈਨੂੰ ਵੀ ਨਾ ਹੋਵੇ। ਖਾਸ ਕਰਕੇ ਅੰਗਰੇਜ਼ੀ ਸਾਹਿਤ ਬਾਰੇ ਜਾਂ ਹਿੰਦੀ ਸਾਹਿਤ ਬਾਰੇ ਇਹ ਮੇਰੇ ਨਾਲੋਂ ਵੱਧ ਜਾਣਦੇ ਆ। ਇਹ ਕਿਤਾਬਾਂ ਦੂਰ ਤੋਂ ਇਕੱਠੀਆਂ ਵੀ ਕਰ ਲੈਂਦੇ ਆ, ਅਤੇ ਅਸੀਂ ਉਹ ਲੈ ਕੇ ਆਉਣੇ ਆ। ਅਤੇ ਘਰੋਂ ਮੈਨੂੰ ਇਸ ਗੱਲ 'ਤੇ ਪੂਰੀ ਉਤਸ਼ਾਹਤ ਵੀ ਕੀਤਾ ਗਿਆ, ਖੁਸ਼ੀ ਵੀ ਮਿਲੀ, ਕਿਉਂਕਿ ਕਰਦੇ ਵੀ ਇਸੇ ਕੰਮ ਵਾਲੇ ਹੀ ਹੈ। ਇਹ ਸਨ ਲਾਭ ਸਿੰਘ ਸੰਧੂ ਜੀ। ਸਰ, ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦੇਣ ਦੇ ਲਈ, ਸਾਡੇ ਦਰਸ਼ਕਾਂ ਦੇ ਨਾਲ ਆਪਣੇ ਜੀਵਨ ਦੀਆਂ ਪ੍ਰਾਪਤੀਆਂ ਬਾਰੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਤਾਂ ਬੇਟੇ ਤੁਹਾਡਾ, ਸੁਪਨਾ ਡਾਇਰੀ ਦੀ ਟੀਮ ਦਾ, ਖੁਸ਼ਪ੍ਰੀਤ, ਸਤਪਾਲ ਜੀ ਦਾ, ਅਤੇ ਨਾਲ ਹੀ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਪਿਆਰ ਸਤਿਕਾਰ ਦਿੱਤਾ ਅਤੇ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਸਕਾਂ, ਤੁਹਾਡੇ ਸਾਹਮਣੇ ਬੋਲ ਸਕਾਂ। ਉਹ ਸੀ ਮੇਰੇ ਪਾਠਕ, ਮੇਰੇ ਦਰਸ਼ਕ, ਮੇਰੇ ਪਿਆਰੇ ਸਾਥੀ, ਅਤੇ ਉਹ ਲੋਕ ਜਿਹੜੇ ਖੇਡਾਂ ਦੇ ਵਿੱਚ ਜਿਨ੍ਹਾਂ ਨੇ ਉਮਰਾਂ ਗਾਲੀਆਂ ਅਤੇ ਮੈਨੂੰ ਸਹਿਯੋਗ ਦਿੱਤਾ। ਤੁਹਾਡਾ ਸਾਰਿਆਂ ਦਾ ਅਤੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ। ਇਹ ਸਨ ਲਾਭ ਸਿੰਘ ਸੰਧੂ ਜੀ। ਅਗਲੀ ਵਾਰ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਨਾਲ ਮਿਲਾਵਾਂਗੇ। ਤਦ ਤੱਕ ਲਈ ਰੱਬ ਰਾਖਾ।